चैनल पंजाबी देख रहे दर्शकों का प्रोग्राम फ्रंट लाइन में बहुत बहुत स्वागत। दोस्तों अज असी खास गलबात करनी है अमेरिका दे विच जो कुछ अज होया उत्थे जां इस वेले हो रहा। इस वेले करफ्यू लग चुका वाशिंगटन DC दे विच सवेरे 6 बजे तक। कैपिटल बिल्डिंग दे विच डैमोस्ट्रेटर चले गए, रौला रप्पा पिया, गोली भी चली, बहुत कुछ उत्थे वापरिया। असल दे विच होया कि अज उत्थे पहलां वो घटना तुहाडे नाल साझी करनी बहुत जरूरी है। तुहानूं पता इलैक्शन दे विच जो बाइडन जित चुके आ। 3 नवंबर नूं अमेरिका दे विच राष्ट्रपति दीयां चोणां होईयां सी। ਉਹਦੇ ਤੋਂ ਬਾਅਦ ਇੱਕ ਉਹਨਾਂ ਦਾ ਪ੍ਰੋਸੈਸ ਆ ਹੌਲੀ ਹੌਲੀ ਜਿਸ ਤਰ੍ਹਾਂ ਉਹਨਾਂ ਨੇ ਸਿਸਟਮ ਦੇ ਵਿੱਚ ਆ ਕੇ ਜਿਹੜੀ ਟਰਾਂਜੀਸ਼ਨ ਆ 20 ਜਨਵਰੀ ਤੱਕ ਜਾ ਕੇ ਉਹਨਾਂ ਨੇ ਜਦੋਂ ਉਹਨਾਂ ਦੀ ਓਥ ਸੈਰੇਮਨੀ ਹੋਣੀ ਆ ਉਦੋਂ ਤੱਕ ਇੱਕ ਪ੍ਰੋਸੈਸ ਆ। ਉਸ ਪ੍ਰੋਸੈਸ ਦੇ ਤਹਿਤ ਅੱਜ ਜੋ ਬਾਈਡਨ ਦੀ ਸਰਟੀਫਿਕੇਸ਼ਨ ਹੋਣੀ ਸੀ, ਭਾਵ ਜਿਹੜੇ ਇਲੈਕਟਰਲ ਕਾਲਜ ਦੀ ਕਾਊਂਟਿੰਗ ਸੀ ਉਹਨਾਂ ਨੇ ਬੈਠ ਕੇ ਓਫੀਸ਼ੀਅਲੀ ਜਾਂ ਕਹਿ ਲਓ ਕਿ ਉਪਚਾਰਿਕ ਤੌਰ 'ਤੇ ਉਹਨਾਂ ਦੀ ਗਿਣਤੀ ਹੋਣੀ ਸੀ। ਤੁਹਾਨੂੰ ਪਤਾ ਉਹ ਜਿੱਤ ਚੁੱਕੇ ਆ, 270 ਚਾਹੀਦੀਆਂ, 306 ਇਹਨਾਂ ਦੇ ਕੋਲ ਹੈਗੀਆਂ ਆ। ਉਹ ਸਾਰਾ ਕੁਝ ਉਹ ਜਿਹੜੇ ਸਾਰੇ ਉਹਨਾਂ ਨੇ ਅੱਜ ਉੱਥੇ ਬੈਠਣਾ ਸੀ ਇਲੈਕਟਰਲ ਬਿਲਡਿੰਗ ਦੇ ਵਿੱਚ, ਉਹਦੀ ਕਾਊਂਟਿੰਗ ਹੋਣੀ ਸੀ, ਸਰਟੀਫਿਕੇਸ਼ਨ ਹੋਣੀ ਸੀ ਜਾਂ ਕਹਿ ਦੇਣਾ ਸੀ। ਪਤਾ ਸਾਰਿਆਂ ਨੂੰ ਹੈਗਾ ਕਿ ਉਹਨਾਂ ਦੇ ਹੱਕ ਦੇ ਵਿੱਚ ਸਾਰਾ ਕੁਝ ਹੈਗਾ, ਪਰ ਉਹਦਾ ਇੱਕ ਓਫੀਸ਼ੀਅਲ ਪ੍ਰੋਸੈਸ ਆ। ਦੂਜੇ ਪਾਸੇ ਰਾਸ਼ਟਰਪਤੀ ਟਰੰਪ ਪਿਛਲੇ ਲੰਬੇ ਸਮੇਂ ਤੋਂ ਕਹਿ ਰਹੇ ਆ ਕਿ ਇਹਨਾਂ ਵੋਟਾਂ ਦੇ ਵਿੱਚ ਪਿਆ ਰੌਲਾ, ਧਾਂਦਲੀ ਹੋਈ ਆ ਬਹੁਤ ਵੱਡੀ, ਇਸ ਕਰਕੇ ਮੈਂ ਜਿਹੜਾ ਹਾਰ ਗਿਆ ਤਾਂ ਉਹਨਾਂ ਨੇ ਹਜੇ ਤੱਕ ਕਿਹਾ ਹੀ ਨਹੀਂ। ਉਹ ਕਹਿੰਦੇ ਵੀ ਜਿੱਤਿਆ ਮੈਂ ਆ। ਕੱਲ ਰੈਲੀ ਵੀ ਹੋਈ ਹੈ ਕਿ ਜਿਹਦੇ 'ਚ ਉਹਨਾਂ ਦੇ ਸਪੋਰਟਰ ਕਹਿ ਰਹੇ ਆ ਕਿ ਟਰੰਪ ਨਹੀਂ ਹਾਰਿਆ, ਅਸੀਂ ਨਹੀਂ ਮੰਨਣ ਨੂੰ ਤਿਆਰ। ਲੱਗਦਾ ਸੀ ਕਿ ਕੋਈ ਨਾ ਕੋਈ ਸੰਵਿਧਾਨਕ ਸੰਕਟ ਖੜਾ ਕਰ ਸਕਦੇ ਆ ਕਿ ਜੋ ਬਾਈਡਨ ਦੇ ਰਾਸ਼ਟਰਪਤੀ ਬਣਨ ਦੇ ਵਿੱਚ ਅੜਿੱਕਾ ਆ ਸਕਦਾ। ਪਰ ਅੱਜ ਜੋ ਕੁਛ ਹੋਇਆ, ਜਦੋਂ ਓਫੀਸ਼ੀਅਲੀ ਉਹਨਾਂ ਨੂੰ ਉੱਥੇ ਉਹਨਾਂ ਨੇ ਸਾਰਾ ਜਿਹੜਾ ਪ੍ਰੋਸੈਸ ਹੋਣਾ ਸੀ, ਉੱਥੇ ਧਰਨਾ ਮੁਜ਼ਾਹਰਾ ਕਰਨ ਵਾਲੇ ਲੋਕ ਆ ਗਏ। ਲੋਕ ਜਿਹੜੇ ਰਾਸ਼ਟਰਪਤੀ ਟਰੰਪ ਦੇ ਸਮਰਥਕ ਸੀ, ਉਹਨਾਂ ਨੇ ਆ ਕੇ ਹੋ ਹੱਲਾ ਸ਼ੁਰੂ ਕਰ ਦਿੱਤਾ। ਹੋ ਹੱਲਾ ਇੰਨਾ ਕੁ ਸ਼ੁਰੂ ਕਰ ਦਿੱਤਾ ਕਿ ਉਸ ਕੈਪੀਟਲ ਬਿਲਡਿੰਗ ਨੂੰ, ਕੈਪੀਟਲ ਹਿੱਲ ਦੇ ਉੱਤੇ ਉਹਨਾਂ ਨੇ ਉਹਦੇ ਸ਼ੀਸ਼ੇ ਵੀ ਤੋੜ ਦਿੱਤੇ, ਉਹਦੇ ਅੰਦਰ ਵੀ ਵੜ ਗਏ। ਜਿੱਥੇ ਉਹ ਸਪੀਕਰ ਜਾਂ ਸਾਰੇ ਬੈਠੇ ਹੁੰਦੇ ਆ, ਉੱਥੇ ਉਹ ਮੇਜ਼ 'ਤੇ ਲੱਤਾਂ ਰੱਖ ਕੇ ਇੱਦਾਂ ਆਰਾਮ ਨਾਲ ਬੈਠੇ ਸੀ ਜਿੱਦਾਂ ਕੋਈ ਕਿਸੇ ਦਾ ਘਰ ਹੋਵੇ। ਕਿਸੇ ਦੇ ਆਮ ਆਫਿਸ ਦੇ ਵਿੱਚ, ਕਿਸੇ ਦੇ ਆਮ ਦਫ਼ਤਰ ਦੇ ਵਿੱਚ ਵੀ ਕੋਈ ਧਰਨੇ ਵਾਲੇ, ਮੁਜ਼ਾਹਰੇ ਵਾਲੇ ਇੱਦਾਂ ਜਾ ਕੇ ਨਹੀਂ ਬੈਠਦੇ ਜਿੱਦਾਂ ਉਹਨਾਂ ਨੇ ਕੈਪੀਟਲ ਬਿਲਡਿੰਗ ਦੇ ਵਿੱਚ ਐਂਟਰੀ ਕੀਤੀ ਆ। ਗੋਲੀ ਵੀ ਚਲਾਉਣੀ ਪਈ, ਅਥਰੂ ਗੈਸ ਵੀ ਸੀਗੀ, ਕਈ ਕੁਛ ਉੱਥੇ ਹੋਇਆ। ਉਹਨਾਂ ਨੂੰ ਠੀਕ ਠਾਕ ਕਰ ਲਿਆ ਗਿਆ, ਕਰਫਿਊ ਅਨਾਊਂਸ ਕਰ ਦਿੱਤਾ ਉੱਥੇ ਦੇ ਮੇਅਰ ਨੇ। ਇਹ ਘਟਨਾ ਨੇ ਪੂਰੀ ਇਕੱਲੇ ਅਮਰੀਕਾ ਨੂੰ ਨਹੀਂ, ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਵੀ ਇੱਦਾਂ ਵੀ ਹੋ ਸਕਦਾ ਕਿ ਲੋਕਾਂ ਦਾ ਇੱਕ ਹਜੂਮ ਆਵੇ। ਇਹਨੂੰ ਤੁਸੀਂ ਇਮੈਜਿਨ ਕਰਕੇ ਦੇਖੋ ਕਿ ਲੋਕਾਂ ਦਾ ਹਜੂਮ ਪਾਰਲੀਮੈਂਟ ਹਿੱਲ, ਕੈਨੇਡਾ, ਓਟਵਾ ਦੇ ਵਿੱਚ ਜਾ ਕੇ ਵੜ ਜਾਵੇ। ਜਾਂ ਇਹਨੂੰ ਇੱਦਾਂ ਸੋਚ ਕੇ ਦੇਖੋ ਕਿ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਕੋਈ ਲੋਕ ਇਕੱਠੇ ਹੋਏ, ਧਰਨੇ ਮੁਜ਼ਾਹਰੇ ਵਾਲੇ, ਸਾਰੀ ਆਰਮੀ ਖੜੀ ਹੈ ਅਤੇ ਉਹ ਅੰਦਰ ਵੜ ਗਏ। ਇਸ ਤਰ੍ਹਾਂ ਅਮਰੀਕਾ ਦੇ ਵਿੱਚ ਅੱਜ ਹੋਇਆ ਵਾਸ਼ਿੰਗਟਨ DC ਦੇ ਵਿੱਚ। ਬੜੀ ਇਤਿਹਾਸਕ ਬਿਲਡਿੰਗ ਆ, 1800 ਦੇ ਵਿੱਚ ਬਣ ਕੇ ਕੰਪਲੀਟ ਹੋਈ ਸੀ, ਔਰ ਉਹਦੇ ਤੋਂ ਬਾਅਦ ਥੋੜ੍ਹਾ ਚਿਰ ਇਹਨੂੰ ਜਿਹੜਾ ਡੈਮੇਜ ਕੀਤਾ ਗਿਆ ਸੀ, ਇੱਕ ਇੰਸੀਡੈਂਟ ਸੀਗਾ। ਉਹਦੇ ਤੋਂ ਬਾਅਦ ਫਿਰ 5 ਸਾਲਾਂ ਦੇ ਵਿੱਚ ਉਹਨਾਂ ਨੇ ਇਹਨੂੰ ਠੀਕ ਠਾਕ ਕਰ ਲਿਆ ਸੀ। ਇਹਦਾ ਆਪਣਾ ਇਤਿਹਾਸ ਆ, ਮਤਲਬ ਲੋਕਾਂ ਨੂੰ ਇਤਿਹਾਸ ਦੇ ਵਿੱਚ ਬਿਲਡਿੰਗ ਬਾਰੇ ਪੜ੍ਹਾਇਆ ਵੀ ਜਾਂਦਾ। ਹੁਣ ਗੱਲ ਬੜੀ ਕਲੀਅਰ ਆ, ਅਮਰੀਕਾ ਦੇ ਵਿੱਚ ਇੱਕ ਲਾਈਨ ਖਿੱਚੀ ਗਈ ਆ ਪਿਛਲੇ ਲੰਬੇ ਸਮੇਂ ਤੋਂ ਕਿ ਕੁਛ ਲੋਕ ਕਹਿੰਦੇ ਵੀ ਅਸੀਂ ਚੰਗੇ ਆ, ਸਾਡਾ ਰੰਗ ਇੱਕ ਖਾਸ ਆ, ਇਸ ਕਰਕੇ ਅਸੀਂ ਵਧੀਆ ਆ, ਅਸੀਂ ਸੁਪਰੀਮ ਆ, ਸਾਡੀ ਇੱਥੇ ਸੁਪਰਮੇਸੀ ਹੋਣੀ ਚਾਹੀਦੀ ਆ। ਦੂਜੇ ਪਾਸੇ ਕੁਛ ਲੋਕਾਂ ਦਾ ਜਿਹਨਾਂ ਦਾ ਰੰਗ ਵੱਖਰਾ ਆ, ਉਹ ਵੱਖਰੇ ਤਰੀਕੇ ਨਾਲ ਸੋਚਦੇ ਆ। ਬੜੇ ਲੰਬਾ ਸਮਾਂ ਜ਼ੁਲਮ ਦਾ ਸ਼ਿਕਾਰ ਵੀ ਰਹੇ ਆ, ਉਹਦੇ ਸੰਬੰਧ ਦੇ ਵਿੱਚ ਬੜੀਆਂ ਲਹਿਰਾਂ ਵੀ ਚੱਲੀਆਂ। ਉਹ ਆਪਣੀ ਧਿਰ ਇੱਕ ਲੈ ਕੇ ਬੈਠੇ ਆ। ਬੇਸਿਕਲੀ ਇਹਨੂੰ ਕਹਿ ਲਿਆ ਜਾਵੇ ਕਿ ਡੈਮੋਸਟ੍ਰੇਸ਼ਨ ਉੱਥੇ ਹੋਏ ਆ ਪਿਛਲੇ ਸਮੇਂ ਦੇ ਵਿੱਚ, ਪਰ ਇਹਨਾਂ ਲੋਕਾਂ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਕਿੱਦਾਂ ਟਰੀਟ ਕੀਤਾ ਗਿਆ। ਅੱਜ ਜੋ ਬਾਈਡਨ ਕਹਿ ਰਹੇ ਸੀ ਰਾਸ਼ਟਰਪਤੀ ਨੂੰ ਕਿ ਤੁਸੀਂ ਇਹਨਾਂ ਨੂੰ ਅਪੀਲ ਕਰੋ ਕਿ ਸ਼ਾਂਤ ਹੋ ਜਾਣ, ਪਰ ਉਹ ਨਹੀਂ ਹੋ ਰਹੇ, ਲੋਕ ਨਹੀਂ ਹੋ ਰਹੇ। ਹਾਲਾਂਕਿ ਜਿਹੜੇ ਰਾਸ਼ਟਰਪਤੀ ਟਰੰਪ ਸੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਪੀਸਫੁਲ ਜਿਹੜਾ ਪ੍ਰੋਟੈਸਟ ਕਰ ਸਕਦੇ ਆ। ਇਹ ਵੀ ਪਤਾ ਲੱਗ ਰਿਹਾ ਕਿ ਉਹਨਾਂ ਦਾ ਟਵਿੱਟਰ ਵੀ ਬਲੌਕ ਕਰ ਦਿੱਤਾ। ਰਾਸ਼ਟਰਪਤੀ ਟਰੰਪ ਦਾ ਟਵਿੱਟਰ ਨੇ ਅਕਾਊਂਟ ਬਲੌਕ ਕੀਤਾ। ਕੁਛ ਇਸ ਤਰ੍ਹਾਂ ਦੀਆਂ ਕਈ ਖਬਰਾਂ ਵੀ ਸਾਡੇ ਸਾਹਮਣੇ ਆ ਰਹੀਆਂ। ਖੈਰ 6 ਵਜੇ ਤੋਂ ਉੱਥੇ ਕਰਫਿਊ ਲੱਗ ਗਿਆ, 3 ਘੰਟੇ ਦਾ ਆਪਣਾ ਫਰਕ ਆ ਉਹਨਾਂ ਦਾ। ਸੋ ਇਸ ਵੇਲੇ ਉੱਥੇ ਕਰਫਿਊ ਚੱਲ ਰਿਹਾ, ਸਵੇਰੇ 6 ਵਜੇ ਤੱਕ ਕਰਫਿਊ ਆ। ਜਿਹੜੀ ਉਹ ਪ੍ਰੋਸੈਸ ਸੀਗਾ ਉਹ ਸਾਰਾ ਰੋਕ ਦਿੱਤਾ ਗਿਆ। ਮਤਲਬ ਸਿੱਧਾ ਸਿੱਧਾ ਇੱਕ ਕਹਿ ਸਕਦੇ ਹੋ ਕਿ ਧੱਕਾ, ਡੈਮੋਕ੍ਰੇਸੀ ਦੇ ਉੱਤੇ ਹਮਲਾ, ਸਿੱਧਾ ਸਿੱਧਾ ਦੁਨੀਆ ਦੀ ਸਭ ਤੋਂ ਵੱਡੀ ਤਾਕਤ, ਉਹਨਾਂ ਦੇ ਸਭ ਤੋਂ ਤਾਕਤਵਰ ਲੋਕ, ਚੁਣੇ ਲੋਕ, ਉਹਨਾਂ ਨੂੰ ਸਿੱਧੇ ਹੀ ਸਿੱਧੇ ਲੋਕ ਆਉਂਦੇ ਆ, ਦਖਲ ਦਿੰਦੇ ਆ, ਅੰਦਰ ਧੱਕੇ ਦੇ ਨਾਲ ਵੜ ਕੇ, ਮਤਲਬ ਪੂਰਾ ਜਿਹਨੂੰ ਗੁੰਡਾਗਰਦੀ ਕਹਿ ਸਕਦੇ ਆ ਇੱਕ ਕਿਸਮ ਦੀ, ਉਹ ਕਰਕੇ ਉਹਨਾਂ ਨੇ ਸਾਰੇ ਕੁਛ ਨੂੰ ਹਿਲਾ ਕੇ ਰੱਖ ਦਿੱਤਾ। ਔਰ ਲੋਕਾਂ ਨੂੰ ਅਜੇ ਤੱਕ ਸਮਝ ਨਹੀਂ ਆ ਰਹੀ ਵੀ ਹੋਇਆ ਕੀ ਹੈ। ਸੋ ਲੱਗਦਾ ਸੀ ਕਿ ਰਾਸ਼ਟਰਪਤੀ ਟਰੰਪ ਨੇ ਇੰਨਾ ਸੌਖਾ ਜਾਣਾ ਨਹੀਂ। ਪਹਿਲੀ ਗੱਲ ਤਾਂ ਲੱਗਦਾ ਸੀ ਕੋਈ ਸੰਵਿਧਾਨਕ ਸੰਕਟ ਖੜਾ ਕਰ ਦੇਣਗੇ, ਵੀ ਟੈਕਨੀਕਲ ਕੋਈ ਗੱਲ ਆ ਜਾਊਗੀ,
नहीं हुई। उस तो बाद उन्होंने कोर्ट ਦੇ ਵਿੱਚ ਕਿੰਨੀਆਂ ਅਪੀਲਾਂ ਕੀਤੀਆਂ, ਕਿੰਨਾ ਕੁਛ ਕੀਤਾ, ਸਾਰੀਆਂ ਖਾਰਜ ਹੋ ਗਈਆਂ। ਉਹ ਸਾਰਾ ਕੁਝ ਨਹੀਂ ਚੱਲਿਆ। ਹੁਣ ਲੱਗਦਾ ਸੀ, ਹਾਲਾਂਕਿ ਉਹਨਾਂ ਨੇ ਹਜੇ ਤੱਕ ਜੋ ਬਾਈਡਨ ਨੂੰ ਵਧਾਈ ਨਹੀਂ ਦਿੱਤੀ, ਇਹ ਰਵਾਇਤ ਆ ਉੱਥੇ ਦੀ ਵਧਾਈ ਦੇਣ ਦੀ, ਉਹਨਾਂ ਨੇ ਨਹੀਂ ਦਿੱਤੀ, ਪਰ ਲੱਗਦਾ ਸੀ ਕਿ ਹੁਣ ਠੀਕ ਠਾਕ ਹੋ ਜਾਣਾ, ਉਹਨਾਂ ਨੇ ਮੰਨ ਜਾਣਾ ਹੈ ਤੇ ਉਹ ਚਲੇ ਜਾਣਗੇ। ਪਰ ਅਚਾਨਕ ਰਾਸ਼ਟਰਪਤੀ ਟਰੰਪ ਦਾ ਇਹਦੇ ਵਿੱਚ ਭਾਵੇਂ ਕੋਈ ਰੋਲ ਨਾ ਹੋਵੇ, ਪਰ ਜਿਹੜੇ ਉਹਨਾਂ ਦੇ ਸਪੋਰਟਰ ਆ ਉਹ ਸਿੱਧੇ ਤੌਰ 'ਤੇ ਜਦ ਉਹਨਾਂ ਦੇ ਹੱਕ ਵਿੱਚ ਆ ਕੇ ਉੱਥੇ ਬੋਲਦੇ ਆ ਤੇ ਇਸ ਹੱਦ ਤੱਕ ਚਲੇ ਜਾਂਦੇ ਆ ਉਹ ਕਿ ਤੁਸੀਂ ਵੀਡੀਓਜ਼ ਜਿਹੜੀਆਂ ਅੱਜ ਦੇਖੀਆਂ, ਸਾਡੇ ਪਿੱਛੇ ਵੀ ਤੁਸੀਂ ਅੱਜ ਜਿਹੜਾ ਲੱਗੀ ਆ ਇਹਦੇ ਉੱਤੇ ਵੀ ਦੇਖ ਸਕਦੇ ਹੋ ਕਿ ਜੋ ਕੁਛ ਉੱਥੇ ਅੱਜ ਵਾਪਰਿਆ ਹੈ ਬੜਾ ਹੈਰਾਨ ਕਰਨ ਵਾਲਾ ਹੈ, ਔਰ ਇਹਦਾ ਬੜਾ ਲੰਬਾ ਸਮਾਂ ਇਹਨੂੰ ਯਾਦ ਵੀ ਰੱਖਿਆ ਜਾਊਗਾ। ਔਰ ਅੱਜ ਇਹ ਇੱਕ ਇਤਿਹਾਸਿਕ ਘਟਨਾ ਵੀ ਸੀਗੀ, ਇਹਨੂੰ ਹਿਸਟਰੀ ਦੇ ਵਿੱਚ ਲੰਬਾ ਸਮਾਂ ਇਸ ਘਟਨਾ ਨੂੰ, ਇਸ ਤਰ੍ਹਾਂ ਡੈਮੋਕ੍ਰੇਸੀ ਦੇ ਉੱਤੇ ਹੋਏ ਹਮਲੇ ਨੂੰ ਯਾਦ ਵੀ ਰੱਖਿਆ ਜਾਊਗਾ ਕਿ ਇਹ ਲੋਕਾਂ ਦੀ ਆਵਾਜ਼ ਆ ਜਿਹੜੀ ਕਿ ਉਹ ਕਿਤੇ ਵੀ ਜਾ ਸਕਦੇ ਆ, ਜਾਂ ਇਹ ਸਿੱਧਾ ਸਿੱਧਾ ਡੈਮੋਕ੍ਰੇਸੀ ਨੂੰ ਚੈਲੰਜ ਆ ਕਿ ਤੁਸੀਂ ਵੋਟਾਂ ਨਾਲ ਜਿਹਨੂੰ ਮਰਜ਼ੀ ਚੁਣ ਲਓ, ਕੁਛ ਲੋਕ ਵੀ ਇਕੱਠੇ ਹੋ ਕੇ ਜਿਹਦੇ ਮਰਜ਼ੀ ਹੱਕ ਦੇ ਵਿੱਚ ਰੌਲਾ ਰੱਪਾ ਪਾ ਸਕਦੇ ਆ। ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨੀ ਆ। ਇਸ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ ਸਾਨੂੰ ਥੋੜ੍ਹਾ ਜਿਹਾ ਇਹਦੇ ਬੈਕਗਰਾਊਂਡ ਦੇ ਵਿੱਚ ਵੀ ਜਾਣਾ ਪਊਗਾ। ਉੱਥੇ ਦਾ ਅਮਰੀਕਾ ਥੋੜ੍ਹਾ ਜਿਹਾ ਵੱਖਰਾ ਆ, ਆਪਾਂ ਕੈਨੇਡਾ ਦੇ ਵਿੱਚ ਰਹਿੰਦੇ ਹਾਂ, ਇੱਥੇ ਨਾਲ ਉਹਨਾਂ ਦਾ ਕਲਚਰ ਵੀ ਵੱਖਰਾ ਆ, ਰਹਿਣ ਸਹਿਣ ਸਾਰਾ ਕੁਛ ਉਹ ਕੀ ਆ, ਅਤੇ ਖਾਸ ਕਰ ਅੱਜ ਦੀ ਇਹ ਜਿਹੜੀ ਘਟਨਾ ਵਾਪਰੀ ਆ, ਵਾਪਰੀ ਕਿਉਂ, ਇਹਦੇ ਪਿੱਛੇ ਕੀ ਕਾਰਨ ਸੀਗੇ, ਕਿੱਥੋਂ ਇਹ ਗੱਲ ਸ਼ੁਰੂ ਹੁੰਦੀ ਆ, ਅਤੇ ਹੁਣ ਆਉਣ ਵਾਲੇ ਭਵਿੱਖ ਦੇ ਵਿੱਚ ਇਹਦਾ ਅਮਰੀਕਾ ਦੇ ਰਾਜਨੀਤਿਕ ਢਾਂਚੇ ਦੇ ਉੱਤੇ ਕੀ ਅਸਰ ਪਊਗਾ। ਇਸ ਵੇਲੇ ਉਹ ਵੇਲਾ ਕਿ ਮਤਲਬ ਇਹਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਕਿ ਦੁਨੀਆ ਦੇ ਵਿੱਚ ਸਾਰੇ ਬੈਠੇ ਲੋਕ ਸਮੇਤ ਸਾਡੇ ਸਮਝਦੇ ਆ ਕਿ ਅਮਰੀਕਾ ਬੜਾ ਤਾਕਤਵਰ ਆ, ਉੱਥੇ ਦੇ ਲੋਕ ਬੜੇ ਸਿਆਣੇ ਆ, ਉੱਥੋਂ ਦਾ ਮਿਲਟਰੀ ਇੰਨੀ ਕੁ ਪਾਵਰਫੁੱਲ ਆ ਵੀ ਕਿਸੇ ਦੀ ਅੱਖ ਝਪਕਣ ਦਾ ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਕਿੱਥੇ ਕੀ ਹੋਇਆ। ਉੱਥੇ ਆ ਕੁਛ ਜੇ ਹੋ ਸਕਦਾ ਆ ਤਾਂ ਬਹੁਤ ਸਾਰੇ ਸਵਾਲ ਇਹਦੇ ਬਾਰੇ ਖੜੇ ਹੁੰਦੇ ਆ। ਸੋ ਇਹਦੇ ਉੱਤੇ ਗੱਲਬਾਤ ਕਰਨ ਦੇ ਲਈ ਅੰਮ੍ਰਿਤ ਭੱਟੀ ਹੁਣਾਂ ਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਜ ਸੱਦਾ ਦਿੱਤਾ, ਉਹਨਾਂ ਨਾਲ ਕੁਛ ਗੱਲਾਂ ਬਾਤਾਂ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਅੰਮ੍ਰਿਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਜੀ ਆਇਆਂ ਨੂੰ ਜੀ। ਥੈਂਕ ਯੂ ਸੋ ਮਚ ਜਸਕਰਨ, ਐਂਡ ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਤੇ ਨਿੱਘਾ ਸਵਾਗਤ ਜੀ। ਅੰਮ੍ਰਿਤ ਜੀ, ਥੋੜਾ ਜਿਹਾ ਬੈਕਗਰਾਉਂਡ ਦੱਸੋਗੇ ਕਿ ਇਹ ਸਿਚੁਏਸ਼ਨ ਇੱਥੇ ਤੱਕ ਕਿੱਦਾਂ ਆਈ, ਅਸਲ 'ਚ ਉੱਥੇ ਹਾਲਾਤ ਕੀ ਸੀਗੇ? ਜਸਕਰਨ, ਜਦੋਂ ਇਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਹੋਈਆਂ ਉਸ ਤੋਂ ਬਾਅਦ ਕਾਫੀ ਦਿਨ ਤੱਕ ਪਹਿਲੀ ਗੱਲ ਤਾਂ ਰਿਜ਼ਲਟ ਨਹੀਂ ਆਏ। ਰਿਜ਼ਲਟ ਆਉਣ ਤੋਂ ਬਾਅਦ ਮਿਸਟਰ ਜੋ ਬਾਈਡਨ ਨੂੰ ਉਹਨਾਂ ਨੇ ਘੋਸ਼ਿਤ ਕਰਤਾ ਕਿ ਹੀ ਇਜ਼ ਅ ਵਿਨਰ ਜੀ। ਉਸ ਤੋਂ ਬਾਅਦ ਗੱਲ ਆ ਕੇ ਖੜੀ ਹੋ ਗਈ ਸੀਗੀ ਜਾਰਜੀਆ ਦੇ ਉੱਪਰ। ਜਾਰਜੀਆ ਇੱਕ ਵੱਡੀ ਸਟੇਟ ਹੈਗੀ ਹੈ, ਆਲਮੋਸਟ ਸਾਊਥ ਦੇ ਵਿੱਚ ਪੈ ਜਾਂਦੀ ਹੈ, ਇੱਕ ਪਾਸੇ ਨਾਰਥ ਕੈਰੋਲੀਨਾ, ਇੱਕ ਪਾਸੇ ਅਲਬਾਮਾ। ਉਹ ਸਟੇਟ ਦੇ ਵਿੱਚੋਂ 2 ਸੈਨੇਟਰ ਚੁਣੇ ਜਾਣੇ ਸੀਗੇ। ਹੁਣ ਸੈਨੇਟਰਸ ਜਿਹੜੇ ਨੇ ਉਹਨਾਂ ਦੀ ਮਹੱਤਤਾ ਕੀ ਹੈ? ਆਪਣੇ ਜਦੋਂ ਵੀ ਆਪਾਂ ਜੇ ਕਨਸਟੀਟਿਊਸ਼ਨ ਦੇਖਦੇ ਹਾਂ US ਦੇ ਵਿੱਚ, ਇੱਕ ਤਾਂ ਕਾਂਗਰਸ ਦੇ ਵਿੱਚ ਉਹਨਾਂ ਦੇ ਇੱਕ ਸੈਨੇਟ ਜਿਹੜੀ ਬਣੀ ਹੋਈ ਹੈ ਉਹਦੇ ਵਿੱਚ 100 ਲੋਕ ਹੁੰਦੇ ਆ, 100 ਸੈਨੇਟਰ ਹੁੰਦੇ ਨੇ। ਹਰ ਇੱਕ ਸਟੇਟ ਦੇ 2 ਸੈਨੇਟਰ ਉੱਥੇ ਜਾਂਦੇ ਨੇ, ਠੀਕ ਹੈ ਜੀ। ਔਰ ਉਹ 2 ਨੇ ਜਿਹੜੇ ਉਹ ਕਿਸੇ ਨਾ ਕਿਸੇ ਪਾਰਟੀ ਦੇ ਵੱਲੋਂ ਹੁੰਦੇ ਨੇ, ਜਿਸ ਤਰ੍ਹਾਂ ਕਿ ਇਹ ਰਿਪਬਲਿਕਨ ਹੋ ਸਕਦੇ ਨੇ ਜਾਂ ਡੈਮੋਕ੍ਰੈਟਿਕ ਹੋ ਸਕਦੇ ਨੇ। ਬਿਲਕੁਲ। ਔਰ ਸੈਨੇਟ ਦੀ ਜਿਹੜੀ ਪਾਵਰ ਹੈ ਨਾ, ਪਾਵਰ ਬਹੁਤ ਜ਼ਿਆਦਾ ਹੁੰਦੀ ਹੈ। ਸਭ ਤੋਂ ਪਹਿਲੀ ਗੱਲ ਤਾਂ ਜੇ ਆਪਾਂ ਇਹਦੀ ਮੁੱਢਲੀ ਚੀਜ਼ ਵੇਖਦੇ ਹਾਂ, ਇੱਕ ਤਾਂ ਆਪਣੀ ਐਗਜ਼ੈਕਟਿਵ ਪਾਵਰ ਹੋ ਗਈ, ਪ੍ਰੈਜ਼ੀਡੈਂਟ ਹੋ ਗਿਆ, ਵਾਈਸ ਪ੍ਰੈਜ਼ੀਡੈਂਟ ਹੋ ਗਿਆ, ਕੈਬਨਿਟ ਹੋ ਗਈ। ਇੱਕ ਹੁੰਦੀ ਹੈ ਜੁਡੀਸ਼ੀਅਲ। ਜੁਡੀਸ਼ੀਅਲ ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਕੋਰਟਸ ਹੋ ਗਈਆਂ, ਉਹਦੇ ਨਾਲ ਹੋ ਗਿਆ ਜਿੰਨੇ ਵੀ ਉੱਥੇ ਦੀ ਫੈਡਰਲ ਕੋਰਟ ਜਿਹੜੀ ਸੁਪਰੀਮ ਕੋਰਟ ਹੈ, ਹਾਂਜੀ, ਉਹਦੇ ਵਿੱਚ 9 ਜੱਜ ਹੁੰਦੇ ਨੇ। 9 ਜੱਜ ਦੇ ਵਿੱਚੋਂ ਉਹ ਜੱਜ ਨਾ ਇੱਥੇ ਆਈ ਨਹੀਂ ਵੀ ਕੋਈ ਵੀ ਜਿਹਦਾ ਐਕਸਪੀਰੀਅੰਸ ਹੈ ਜਾਂ ਹੋਰ ਹੈ, ਇਹ ਇੱਕ ਪੋਲੀਟੀਕਲ ਪੋਸਟਸ ਨੇ ਪਾਰਟੀਆਂ ਦੀਆਂ, ਹਾਂ, ਜਿਹੜੀਆਂ ਜੱਜਸ ਦੀਆਂ ਪੋਸਟਸ। ਹਾਂਜੀ, ਇਹ ਇੱਕ ਜਿਹੜਾ ਪ੍ਰੈਜ਼ੀਡੈਂਟ ਹੈ ਉਹਨਾਂ ਦੇ ਵੱਲੋਂ ਨਿਯੁਕਤ ਕੀਤੇ ਜਾਂਦੇ ਨੇ, ਤੇ ਸੈਨੇਟਰ ਦੀ ਉਹਦੇ ਵਿੱਚ ਵੋਟ ਪਵਾਈ ਜਾਂਦੀ ਹੈ ਕਿ ਕੀ ਇਹ ਸਹੀ ਹੈ। ਓਕੇ। ਸੋ ਸੈਨੇਟ ਜਿਹੜਾ ਹੈਗਾ ਉਹਦੇ ਹੱਥ ਦੇ ਵਿੱਚ ਪਾਵਰ ਬਹੁਤ ਹੈ। ਜੇ ਕੱਲ ਥੋੜੀ ਦੇਰ ਪਹਿਲਾਂ ਜਦੋਂ ਆਪਾਂ ਲਾਸਟ ਈਅਰ ਵੇਖਿਆ ਵੀ ਜੇ ਕਿਸੇ ਬਹੁਤ ਵੱਡੇ ਅਹੁਦੇਦਾਰ ਦੇ ਉੱਪਰ ਕੋਈ ਲਾਂਛਣ ਲਗਾਇਆ ਜਾਂਦਾ ਹੈ, ਉਹ ਵੀ ਸੈਨੇਟ ਦੇ ਸਾਹਮਣੇ ਲਿਆ ਕੇ ਖੜਾ ਕਰਤਾ ਜਾਂਦਾ ਹੈ ਵੀ ਸੈਨੇਟ ਦੱਸੇਗੀ। ਉਸ ਟਾਈਮ ਸੈਨੇਟ ਜੱਜ ਦੇ ਤੌਰ ਤੇ ਵੀ ਵਰਕ ਕਰਦੀ ਹੈ ਤੇ ਜਿਊਰੀ ਦੇ ਤੌਰ ਤੇ ਵੀ ਵਰਕ ਕਰਦੀ ਹੈ। ਸੈਨੇਟ ਜਿਹਦੇ ਕਿ 100 ਮੈਂਬਰ ਆ, ਹਰ ਸਟੇਟ ਦੇ ਵਿੱਚੋਂ 2 ਮੈਂਬਰਾਂ ਚੋਂ 200 ਹੋ ਗਿਆ। ਬਿਲਕੁਲ। ਅੱਛਾ, ਜਦੋਂ ਹੁਣ ਇਹ ਵੋਟ ਕੱਲ ਤੱਕ ਪੈਣੀ ਸੀਗੀ, ਉਦੋਂ ਤੱਕ ਹਾਲਾਤ ਇਹ ਸੀਗੀ, ਉਮੀਦ ਸੀ ਇੱਕ ਵੀ ਜਿਹੜੀ ਸੈਨੇਟ ਹੈ ਉਹਦੇ ਵਿੱਚ ਜਿਹੜੇ ਰਿਪਬਲਿਕਨ ਨੇ ਉਹ 50 ਨੇ, ਕੱਲ ਤੱਕ ਸੀਗੇ ਜੀ। ਜਿਹੜੇ ਡੈਮੋਕ੍ਰੈਟਿਕ ਸੀ ਉਹ 48 ਸੀ। ਡੈਮੋਕ੍ਰੈਟਿਕ ਮਤਲਬ ਜਿਹੜੇ ਜੋ ਬਾਈਡਨ ਦੇ ਨਾਲ ਨੇ ਉਹ 48 ਸੀ। ਜੇ ਇਹਦੇ ਵਿੱਚੋਂ ਇੱਕ ਵੀ ਵੋਟ ਜਿਹੜੀ ਹੈ ਉਹ ਜਿਹੜੀ ਰਿਪਬਲਿਕਨ ਪਾਰਟੀ ਨਾਲ ਚੱਲ ਜਾਂਦੀ ਤਾਂ ਉਹਨਾਂ ਦੀ ਮੈਜੋਰਟੀ ਹੋ ਗਈ।
ਟਰੰਪ ਹੋਣਾ ਦੀ ਮੈਜੋਰਟੀ ਹੋਗੀ। ਉਹ ਮੈਜੋਰਟੀ ਦੇ ਨਾਲ ਕਿਸੇ ਵੀ ਚੀਜ਼ ਨੂੰ ਹੱਲ ਕਰਨ ਵਾਸਤੇ ਜਾਂ ਉਹਨੂੰ ਆਪਣੇ ਡਿਸੀਜਨ ਵਾਸਤੇ ਉਹਨਾਂ ਦਾ ਜਿਹੜਾ ਪੱਲੜਾ ਸੀ ਉਹ ਭਾਰੀ ਹੋ ਜਾਂਦਾ। ਭਾਵੇਂ ਕਿ ਜੋ ਬਾਈਡਨ ਇਲੈਕਟਰਲ ਕਾਲਜ ਦੀਆਂ ਵੋਟਾਂ ਜ਼ਿਆਦਾ ਲਿਜਾ ਚੁੱਕੇ ਸੀ, ਫਿਰ ਵੀ ਉਹਨਾਂ ਦਾ ਹੋਲਡ ਸੀ। ਹੁਣ ਤੁਸੀਂ ਇੱਕ ਸਿੰਪਲ ਗੱਲ ਹੈਗੀ ਵੀ ਜੇ ਮਿਸਟਰ ਜੋ ਬਾਈਡਨ ਕਹਿਣ ਵੀ ਮੈਂ ਫਲਾਣੀ ਚੀਜ਼ ਇਸ ਹਿਸਾਬ ਦੇ ਨਾਲ ਕਰਨੀ ਹੈ, ਉਹਦੇ ਵਿੱਚ ਜਦੋਂ ਵੀ ਕਿਤੇ ਸੈਨੇਟ ਦੀ ਗੱਲ ਆਏਗੀ, ਸੈਨੇਟ ਕਹੇਗੀ ਜੀ ਅਸੀਂ ਤਾਂ 51% ਅਸੀਂ ਤਾਂ ਇੱਕ ਪਾਸੇ ਆ ਸਾਰੇ, ਉਦੋਂ ਉਸ ਜਿਹੜਾ ਕੋਈ ਵੀ ਬਿੱਲ ਹੈ ਉਹਨੂੰ ਪਾਸ ਕਰਾਉਣਾ ਬਹੁਤ ਜ਼ਿਆਦਾ ਔਖਾ ਹੋਏਗਾ ਜੀ। ਸੋ ਇਸ ਕਰਕੇ ਇਹ ਸਾਰਿਆਂ ਦੀਆਂ ਨਿਗਾਹ ਨੇ ਨਾ ਜਿਹੜੀਆਂ ਇਹ ਜਾਰਜੀਆ ਦੇ ਉੱਪਰ ਟਿਕੀਆਂ ਹੋਈਆਂ ਸੀ, ਔਰ ਬਹੁਤ ਜ਼ਿਆਦਾ ਹਰ ਤਰੀਕੇ ਦੀ ਗੇਮ ਉੱਥੇ ਖੇਡੀ ਗਈ। ਮਿਸਟਰ ਜੋ ਬਾਈਡਨ ਉੱਥੇ ਸੀ, ਕਮਲਾ ਹੈਰਿਸ ਉੱਥੇ ਸੀ, ਇਧਰੋਂ ਮਿਸਟਰ ਟਰੰਪ ਉੱਥੇ ਸੀ, ਮਿਸਟਰ ਪੈਂਸ ਉੱਥੇ ਸੀ। 24 ਘੰਟੇ ਉਹਨਾਂ ਨੇ ਉੱਥੇ ਦੇ ਟਵੀਟ ਕੀਤੇ। ਮਿਸਟਰ ਜਿਹੜੇ ਟਰੰਪ ਨੇ ਡੈਲਟਨ ਜਾ ਕੇ, ਉਹਨਾਂ ਨੇ ਉੱਥੋਂ ਦਾ ਇੱਕ ਸਿਟੀ ਹੈ, ਉੱਥੇ ਜਾ ਕੇ ਬੜੇ ਲੰਬੇ ਚੌੜੇ ਬਿਆਨ ਵੀ ਦਿੱਤੇ। ਉਸ ਤੋਂ ਬਾਅਦ ਇੱਕ ਟੇਪ ਸਾਹਮਣੇ ਆਈ ਜਿਹਦੇ ਵਿੱਚ ਉਹਨਾਂ ਨੇ ਇੱਕ ਰਿਪਬਲਿਕਨ ਆਫੀਸਰ ਨੂੰ ਇਹ ਗੱਲ ਕੀਤੀ ਵੀ ਲਿਸਨ, अब मैं की चाहना भी आप हार रहे हैं 11,700 कुछ वोटां आपां नूं चाहीदियां ने, जिथों मर्जी वोटां लिया, पर यह आपां हारने नहीं चाहिए। अच्छा, ਉਹ ਮਿਸਟਰ ਟਰੰਪ ਨੇ ਕਿਹਾ ਵੀ ਜੇ ਮੈਂ ਪ੍ਰੈਜ਼ੀਡੈਂਟ ਦੀ ਉਹਦੇ ਤੋਂ ਹਾਰ ਗਿਆ, ਪ੍ਰੈਜ਼ੀਡੈਂਟ ਨਹੀਂ ਬਣ ਸਕਿਆ, ਘੱਟੋ ਘੱਟ ਕੈਬਨਿਟ ਤਾਂ ਮੇਰੇ ਵੱਲ, ਹਾਂ ਕੈਬਨਿਟ ਤਾਂ ਮੇਰੇ ਕੋਲ, ਲਾਈਕ ਸੈਨੇਟਰ ਤਾਂ ਸਾਰੇ ਮੇਰੇ ਵੱਲ ਰਹਿਣ। ਅਲਟੀਮੇਟਲੀ ਸਵੇਰੇ ਜਿਹੜਾ ਡਿਸੀਜਨ ਆਇਆ ਕਿ ਦੋ ਜਿਹੜੇ ਨੇ ਉਹਨਾਂ ਦੇ ਸੈਨੇਟਰ, ਉਹ ਦੋਨੋਂ, ਉਮੀਦ ਬਿਲਕੁਲ ਨਹੀਂ ਸੀ, ਟੂ ਬੀ ਆਨੈਸਟ ਵਿਦ ਯੂ, ਮੈਨੂੰ ਵੀ ਨਹੀਂ ਸੀ। ਇਹ ਦੋਨੋਂ ਦੇ ਦੋਨੋਂ ਮਿਸਟਰ ਜੋ ਬਾਈਡਨ ਵਾਲੀ ਜਿਹੜੀ ਪਾਰਟੀ ਹੈ ਉਹਨਾਂ ਦੇ ਨਾਲ ਚਲੇ ਗਏ, ਡੈਮੋਕ੍ਰੈਟਿਕ ਦੇ ਨਾਲ, ਠੀਕ ਹੈ। ਇਹ ਸਿੰਪਲੀ ਮੈਂ ਤੁਹਾਨੂੰ ਇੰਨਾ ਕਹਿ ਸਕਦੀ ਹਾਂ ਵੀ ਅੱਜ ਤੱਕ ਜਿਹੜਾ ਮੇਰੇ ਕੋਲ ਡਾਟਾ ਹੈ ਨਾ, 28 ਸਾਲ ਦੇ ਵਿੱਚ, 28 ਸਾਲ ਬਹੁਤ ਲੰਬਾ ਵਕਫਾ ਹੁੰਦਾ ਹੈ, ਕਦੇ ਵੀ ਕੋਈ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜਾ ਕੈਂਡੀਡੇਟ ਹੈ ਉਹ ਜਿਹੜਾ ਆਪਣਾ ਡੈਮੋਕ੍ਰੈਟ ਸੀ, ਉਹਦੇ ਨਾਲ ਅੱਜ ਤੱਕ ਇਹ ਸਟੇਟ ਕਦੇ ਨਹੀਂ ਗਈ। ਜੋਰਜੀ 28 ਇਅਰਸ ਤੋਂ 20 ਇਅਰਸ ਤੋਂ ਕਦੇ ਵੀ ਕੋਈ ਸੈਨੇਟਰ ਜਿਹੜਾ ਹੈ ਡੈਮੋਕ੍ਰੈਟਿਕ ਪਾਰਟੀ ਦਾ ਇੱਥੋਂ ਵਿਨ ਨਹੀਂ ਹੋਇਆ। 14 ਸਾਲ ਤੋਂ ਕੋਈ ਵੀ ਡੈਮੋਕ੍ਰੈਟਿਕ ਦੀ ਕਿਸੇ ਵੀ ਤਰੀਕੇ ਦੀ ਰੇਸ ਦੇ ਵਿੱਚ ਡੈਮੋਕ੍ਰੈਟ ਵਿਨ ਨਹੀਂ ਹੋਏ। ਓਕੇ, ਅੱਜ ਆਲ ਆਫ ਸਡਨ ਜਦੋਂ ਕੋਈ ਉਮੀਦ ਇਹ ਸੀ ਵੀ ਸ਼ਾਇਦ ਇੱਕ ਵੋਟ ਚਲੀ ਜਾਏਗੀ, ਇੱਕ ਸੈਨੇਟਰ ਜਿਹੜਾ ਇੱਕ ਪਾਰਟੀ ਨੂੰ ਮਿਲੇਗਾ, ਇਹ ਇੱਕੋ ਦਮ ਫਲਿਪ ਹੋਣ ਤੋਂ ਬਾਅਦ, ਤੇ ਉਸ ਤੋਂ ਬਾਅਦ ਮਿਸਟਰ ਟਰੰਪ ਦੀ ਇਹ ਜਿਹੜੀ ਫੋਨ ਕਾਲ ਹੈ ਉਹ ਨਸ਼ਰ ਹੋਣ ਤੋਂ ਬਾਅਦ ਫਿਰ ਮਿਸਟਰ ਟਰੰਪ ਥੋੜੇ ਜਿਹੇ ਬੌਖਲਾਏ ਵੀ ਆਹ ਕੀ ਹੋ ਗਿਆ। ਅੱਛਾ, ਜੇ ਇੱਕ ਚਲੇ ਜਾਂਦੇ, 50 ਹੋ ਜਾਂਦੇ, ਫਿਰ ਜੇ 50 ਨਹੀਂ ਨਾ ਹੁੰਦੇ ਸੀ, ਜੇ ਇੱਕ ਚਲੇ ਜਾਂਦੇ ਤਾਂ ਫਿਰ ਜਿਹੜੀ ਆਪਣੀ ਮਿਸਟਰ ਟਰੰਪ ਦੀ ਪਾਰਟੀ ਆ ਉਹਦੇ 51 ਹੋ ਜਾਂਦੇ, ਦੂਜਿਆਂ ਦੇ ਹੋ ਜਾਂਦੇ 49। ਅੱਛਾ, ਜੇ ਹੁਣ 50 ਹੋ ਗਏ ਨਾ, ਜਸ ਕਰਨ ਇੱਥੇ ਨਾ ਪਬਲਿਕ ਨੂੰ ਤੇ ਜਿੰਨੇ ਮਿਸਟਰ ਟਰੰਪ ਦੇ ਸਪੋਰਟਰਸ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਵੀ ਹੁਣ ਜਿਹੜਾ ਹੈਗਾ ਸੈਨੇਟਰ, ਜਿਹੜੇ ਸੈਨੇਟ ਹੈ ਉਹਦੇ 'ਚ 50 ਵੋਟਾਂ ਇੱਕ ਪਾਸੇ ਦੀਆਂ ਨੇ, 50 ਦੂਸਰੇ ਦੀਆਂ। ਜਦੋਂ ਕੋਈ ਚੀਜ਼ ਕਰਨੀ ਹੋਏਗੀ ਇਹਨੂੰ ਬ੍ਰੇਕ ਕਰਨ ਦੇ ਵਾਸਤੇ ਵਾਈਸ ਪ੍ਰੈਜ਼ੀਡੈਂਟ ਦੀ ਵੋਟ ਕਾਊਂਟ ਕੀਤੀ ਜਾਏਗੀ, ਜਿਹੜੀ ਕਿ ਕਮਲਾ ਹੈਰਿਸ। ਬਟ ਦ ਥਿੰਗ ਇਜ਼, ਹਰ ਇੱਕ ਚੀਜ਼ ਜਿਹੜੀ ਆ ਉਹ 50% ਤੇ ਨਹੀਂ ਹੁੰਦੀ। ਜਿਹੜੀਆਂ ਬਹੁਤ ਵੱਡੀਆਂ ਡੀਲਸ ਹੁੰਦੀਆਂ ਨੇ, ਜਿਸ ਤਰ੍ਹਾਂ ਕਿ ਪਬਲਿਕ ਹੈਲਥ ਦੀ ਡੀਲ ਹੈ, ਜਿਹਦੇ ਵਿੱਚ ਕਿ ਸਾਰੀ ਜਨਤਾ ਜਿਹੜੀ ਹੈ ਉਹਦੀ ਇਨਵੋਲਵਮੈਂਟ ਹੈ, ਉਹਦੇ ਵਿੱਚ ਕਈ ਵਾਰੀ 60% ਤੱਕ ਵੋਟਾਂ ਮੰਨੀਆਂ ਜਾਂਦੀਆਂ ਨੇ। ਸੋ ਆਈ ਨਹੀਂ ਹੈ ਵੀ ਜੇ ਇਧਰੋਂ ਉਧਰ ਚਲੇ ਗਈ ਉਹਦੇ ਨਾਲ ਹੀ ਹੱਲ ਹੋ ਜਾਊ। ਬਿਲਕੁਲ ਆਈ ਨਹੀਂ ਹੈ ਵੀ ਜੇ ਮਿਸਟਰ ਜੋ ਬਾਈਡਨ ਜਿੱਤ ਗਏ ਤੇ ਨਾਲ ਇਧਰ 50% ਹੋ ਗਿਆ, ਤੇ ਜਿਸ ਹਿਸਾਬ ਨਾਲ ਮਿਸਟਰ ਟਰੰਪ ਬੌਖਲਾ ਗਏ, ਇਹ ਉਹਦਾ ਨਤੀਜਾ ਨਿਕਲਿਆ ਸਾਰਾ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਰਾਈਟ ਅਵੇ ਟਵੀਟ ਕਰਨੇ ਸ਼ੁਰੂ ਕਰਤੇ। ਹੁਣ ਜਿਹੜੇ ਲੋਕ ਉਹਨਾਂ ਦੇ ਸਪੋਰਟਰਸ ਨੇ, ਉਹਨਾਂ ਨੂੰ ਤੁਸੀਂ ਕਿਹਾ ਵੀ ਤੁਸੀਂ ਕਹੋ ਤੁਹਾਨੂੰ ਪਤਾ ਹੈ ਆਪਾਂ ਹਾਰਨਾ ਨਹੀਂ ਹੈਗਾ, ਆਪਾਂ ਹਾਰ ਨਹੀਂ ਸਕਦੇ, ਇਹ ਸਾਰਾ ਕੁਝ ਗਲਤ ਹੋ ਰਿਹਾ ਹੈ, ਇਹ ਗਲਤ ਹੈ। ਔਰ ਦੂਸਰੀ ਵੱਡੀ ਗੱਲ ਇਹ ਕਿ ਆਪਣੀ ਪਾਰਟੀ ਦੇ ਉਹ ਅਜੀਬ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ। ਹੁਣ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਸੀਗੀ ਕਿ ਅੱਜ ਉੱਥੇ ਹੋਣਾ ਕੀ ਸੀ, ਅੱਜ ਇੱਕ ਸਪੈਸ਼ਲ ਉੱਥੇ ਮੀਟਿੰਗ ਸੀ ਜਿਹਦੇ ਵਿੱਚ ਸੈਨੇਟਰ ਵੀ ਬੈਠਣਗੇ, ਕਾਂਗਰਸ ਵੀ। ਮੈਨੂੰ ਜਿਹੜੀ ਹੁਣ ਤੱਕ ਗੱਲ ਸਮਝ ਆਈ ਹੈ, ਇੱਕ ਇਲੈਕਟਰਲ ਕਾਲਜ ਆ ਜਿਹੜਾ ਕਿ ਜਿੱਦਾਂ ਕੈਲੀਫੋਰਨੀਆ ਆ, ਉਹਨਾਂ ਦੀਆਂ 50 ਸੀਟਾਂ ਆ, ਬਿਲਕੁਲ ਠੀਕ ਹੈ, ਉਹ ਸਾਰੇ ਰਲਾ ਕੇ ਜਿਹੜੀਆਂ ਸੀਗੀਆਂ ਉਹ ਜਿੱਤ ਚੁੱਕਿਆ ਜੋ ਬਾਈਡਨ। ਦੈਟਸ ਰਾਈਟ। ਦੂਜੇ ਉੱਥੇ 100 ਸੈਨੇਟਰ ਨੇ, ਜਿਹੜੇ 100 ਦੇ ਕਰੀਬ, ਉਹਨਾਂ ਦੇ ਵਿੱਚੋਂ ਹਰ ਸਟੇਟ ਨੂੰ ਦੋ ਆਉਂਦੇ, ਉਹਨਾਂ ਦੇ ਵਿੱਚ ਜਿਹੜਾ 2.5 ਸੀਗਾ ਜਾਂ ਉਹਦੇ ਨੇੜੇ ਤੇੜੇ ਸੀ। ਅੱਜ ਟਰੰਪ ਦੀ ਪਾਰਟੀ, ਰਿਪਬਲਿਕਨ ਪਾਰਟੀ ਜਿਹੜੀ ਆ ਉਹ ਵੀ ਹਾਰ ਗਈ।
ਹਾਰ ਨਹੀਂ ਗਈ ਕਹਿ ਸਕਦੇ, 50-50 ਹੋ ਗਿਆ, 50-50 ਹੋ ਗਈ, ਹਾਂਜੀ 50-50 ਹੋ ਗਿਆ। ਹੁਣ ਅੱਜ ਹੋਣਾ ਕੀ ਸੀ ਕਿ ਅੱਜ ਇੱਕ ਇਹਨਾਂ ਦੀ ਸਪੈਸ਼ਲ ਸੈਲੀਬ੍ਰੇਸ਼ਨ ਹੁੰਦੀ ਹੈ, ਇੱਕ ਸੈਰੇਮਨੀ ਹੁੰਦੀ ਹੈ। ਜਿਵੇਂ 20 ਤਰੀਕ ਨੂੰ ਮਿਸਟਰ ਜੋ ਬਾਈਡਨ ਨੇ ਆਪਣੀ ਜਿਹੜੀ ਸੀਟ ਹੈ, ਆਪਣਾ ਪਦ ਜਿਹੜਾ ਉਹ ਸੰਭਾਲ ਲੈਣਾ, ਉਦੋਂ ਪਹਿਲਾਂ 6 ਤਰੀਕ ਨੂੰ ਇਹਨਾਂ ਨੇ ਕਿਹਾ ਸੀ ਵੀ ਸਾਰੇ ਸੈਨੇਟਰ ਇਕੱਠੇ ਹੋਣਗੇ, ਕਾਂਗਰਸਮੈਨ ਇਕੱਠੇ ਹੋਣਗੇ, ਉਹ ਜਿਹੜੀ ਸਾਰੀ ਮੀਟਿੰਗ ਹੋਏਗੀ ਉਹਦੀ ਪ੍ਰਧਾਨਗੀ ਜਿਹੜਾ ਵਾਈਸ ਪ੍ਰੈਜ਼ੀਡੈਂਟ ਕਰਦਾ, ਜਿਵੇਂ 2016 ਦੇ ਵਿੱਚ ਜੋ ਬਾਈਡਨ ਨੇ ਕੀਤੀ ਸੀ, ਇਸ ਵਾਰੀ ਮਿਸਟਰ ਮਾਈਕ ਪੈਂਸ ਨੇ ਕਰਨੀ ਸੀ। ਉਹਦੇ ਵਿੱਚ ਹੁੰਦਾ ਕੀ ਹੈ ਕਿ ਮੋਹਾਗਨੀ ਬਾਕਸਸ ਦੇ ਵਿੱਚ ਹਰ ਇੱਕ ਸਟੇਟ ਦੇ ਵਿੱਚੋਂ 50 ਬਾਕਸ ਆਉਂਦੇ ਆ ਉੱਥੇ। ਅੱਛਾ ਜੀ। ਬਾਕਸ ਉਹ ਖੋਲੇ ਜਾਂਦੇ ਨੇ, ਉਹਨਾਂ ਦੇ ਵਿੱਚ ਚਿੱਠੀਆਂ ਹੁੰਦੀਆਂ ਨੇ। ਫਿਰ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਉਹ ਇੱਕ ਇੱਕ ਚਿੱਠੀ ਖੋਲਦਾ ਹੈ ਤੇ ਉਸ ਤੋਂ ਬਾਅਦ ਅਨਾਉਂਸ ਕਰਦਾ ਹੈ ਵੀ ਫਲਾਣੀ ਜਗ੍ਹਾ ਤੋਂ ਭਾਈ ਆਹ ਇੰਨੇ ਬੰਦੇ ਜਿਹੜੇ ਨੇ ਇਹ ਜਿੱਤ ਗਏ ਨੇ। ਇੱਕ ਤਾਂ ਇਹ ਲਾਊਡ ਬੋਲਿਆ ਜਾਂਦਾ, ਉੱਪਰੋਂ ਰਿਕਾਰਡ ਹੁੰਦਾ। ਸੋ ਇਹ ਇੱਕ ਸਪੈਸ਼ਲ ਇਵੈਂਟ ਸੀ। ਇਹ ਵੇਟ ਕੀਤੀ ਜਾ ਰਹੀ ਸੀ ਕਿ ਜਦ ਤੱਕ ਸਾਰੇ ਸੈਨੇਟਰਸ ਕੰਪਲੀਟ ਨਹੀਂ ਆ ਉਦੋਂ ਤੱਕ ਹੋ ਨਹੀਂ ਸੀ ਸਕਦਾ। ਅੱਜ ਉਹ 2 ਸੈਨੇਟਰ ਜਿਹੜੇ ਹੋ ਗਏ ਨੇ ਉਹਨਾਂ ਨੂੰ ਵਿੱਚ ਲਿਆ ਕੇ ਅੱਜ ਇਹ ਸਾਰੀ ਗੱਲ ਹੋਣੀ ਸੀ। ਇੰਨੇ ਸਾਰੇ ਲੋਕ, ਇੰਨੇ ਆਫੀਸ਼ੀਅਲਸ ਉੱਥੇ ਇਕੱਠੇ ਹੋਏ ਵੇ ਸੀ। ਔਰ ਅੱਜ ਜਦੋਂ ਇਹ ਸਾਰੇ ਨੂੰ ਦੇਖਦੇ ਹੋਏ ਮਿਸਟਰ ਟਰੰਪ ਨੇ ਮਾਈਕ ਪੈਂਸ ਨੂੰ ਗੱਲ ਕੀਤੀ, ਉਹ ਕਹਿੰਦੇ ਤੂੰ ਜਾ ਨਾ, ਤੂੰ ਉੱਥੇ ਜਾ ਕੇ ਕਹਿ ਵੀ ਮੈਂ ਤਾਂ ਇਹਦੇ ਨਾਲ ਮੰਨਦਾ ਨਹੀਂ ਹੈਗਾ, ਮੈਂ ਇਹਦੇ ਨਾਲ ਨਹੀਂ ਹੈ ਜਿਹੜੀ ਵੀ ਚੀਜ਼ ਹੋ ਰਹੀ ਹੈ। ਮਾਈਕ ਪੈਂਸ ਦਾ ਅੱਗੋਂ ਜਵਾਬ ਇਹ ਆਇਆ, ਉਹ ਕਹਿੰਦਾ ਮਿਸਟਰ ਟਰੰਪ ਮੈਂ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਤੁਹਾਡੇ ਨਾਲ ਹੀ ਹਾਂ, ਬਟ ਮੈਂ ਕਨਸਟੀਟਿਊਸ਼ਨ ਦੇ ਨਾਲ ਖੜਾ, ਮੈਂ ਆਈ ਨਹੀਂ ਕਰ ਸਕਦਾ ਜੋ ਮੈਂ ਕਰਨ ਜਾ ਰਿਹਾ, ਇਟਸ ਮਾਈ ਡਿਊਟੀ। ਮਾਈਕ ਪੈਂਸ ਜਿਹੜੇ ਕਿ ਟਰੰਪ ਦੀ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ, ਯੈਸ, ਉਹਨਾਂ ਨੇ ਮਾਈਕ ਪੈਂਸ ਦੇ ਉੱਪਰ ਜਿਹੜਾ ਤੁਹਾਨੂੰ ਮੈਂ ਦੱਸਦੀ ਹਾਂ ਵੀ ਜਿਹੜਾ ਉਹਨਾਂ ਨੇ ਲਿਖਿਆ ਮਾਈਕ ਪੈਂਸ ਨੂੰ, ਔਰ ਉਹ ਬਹੁਤ ਜ਼ਿਆਦਾ ਗਲਤ ਸੀ। ਉਹਨਾਂ ਨੇ ਲਿਖਿਆ, ਉਹ ਕਹਿੰਦੇ ਮਾਈਕ ਪੈਂਸ didn't have a courage to do what should have been done to protect the country and our constitution। ਵੀ ਤੂੰ ਨਾ ਕਰ ਦੇ, ਵੀ ਇਹ ਤਾਂ ਝੂਠੀ ਇਲੈਕਸ਼ਨ ਹੋਈ ਹੈ, ਮਾਈਕ ਪੈਂਸ ਕਿਵੇਂ ਕਰ ਸਕਦਾ। ਉਹ ਕਹਿੰਦਾ ਮਿਸਟਰ ਟਰੰਪ ਮੈਂ ਤੁਹਾਡੇ ਨਾਲ ਆ, ਪਰ ਮੈਂ ਆਪਣੇ ਸੰਵਿਧਾਨ ਤੋਂ ਪਰਾਂ ਤਾਂ ਨਹੀਂ ਨਾ ਹੋ ਸਕਦਾ। ਜਿਸ ਡਿਊਟੀ ਵਾਸਤੇ ਮੈਨੂੰ ਇੱਥੇ ਬੁਲਾਇਆ ਗਿਆ, ਆਈ ਐਮ ਡੂਇੰਗ ਦੈਟ ਡਿਊਟੀ। ਜੇ ਬਹੁਤ ਵਧੀਆ ਜਿਨ੍ਹਾਂ ਨੇ ਕਨਸਟੀਟਿਊਸ਼ਨ ਸੰਵਿਧਾਨ ਲਿਖਿਆ ਹੁੰਦਾ, ਆਮ ਬੰਦੇ ਤਾਂ ਹੁੰਦੇ ਨਹੀਂ ਮੇਰੇ ਵਰਗੇ, ਬਿਲਕੁਲ ਜੀ, ਉਹਨਾਂ ਨੇ ਹਰ ਇੱਕ ਗੱਲ ਦਾ ਤੋੜ ਰੱਖਿਆ ਹੋਇਆ। ਜੇ ਅੱਜ ਮਾਈਕ ਪੈਂਸ ਉੱਥੇ ਨਾ ਜਾਂਦੇ ਨਾ, ਉੱਥੋਂ ਦਾ ਉਸ ਜਿਹੜੀ ਪਾਰਟੀ ਹੈ ਉੱਥੇ ਦਾ ਸਭ ਤੋਂ ਸੀਨੀਅਰ ਸੈਨੇਟਰ ਹੈ ਜਿਹੜਾ, ਉਹ ਮਾਈਕ ਪੈਂਸ ਦੀ ਡਿਊਟੀ ਨਿਭਾ ਸਕਦਾ ਸੀ। ਹਾਂ, ਮਤਲਬ ਇਹਦਾ ਕਨਸਟੀਟਿਊਸ਼ਨ ਦੇ ਵਿੱਚ ਐਗਜ਼ੈਕਟਲੀ ਇਹਦੀ ਆਪਸ਼ਨ ਹੈਗੀ ਹੈ। ਦੈਟਸ ਰਾਈਟ। ਐਂਡ ਉਹਦੇ ਨਾਲ ਫਿਰ ਗੱਲ ਸਾਰਿਆਂ ਨੇ ਕੀ ਕਹਿਣੀ ਸੀ ਕਿ ਮਾਈਕ ਪੈਂਸ ਆਪਣੀ ਡਿਊਟੀ ਤੋਂ ਸਟੈਪ ਬੈਕ ਹੋ ਗਿਆ। ਮਾਈਕ ਪੈਂਸ ਨੇ ਇਸ ਗੱਲ ਨੂੰ ਕਲੀਅਰ ਕਰਨ ਵਾਸਤੇ ਬਹੁਤ ਜ਼ਿਆਦਾ ਜ਼ੋਰ ਲਗਾਇਆ, ਲੇਕਿਨ ਮਿਸਟਰ ਟਰੰਪ ਦੀਆਂ ਜਿਹੜੀਆਂ ਟਵੀਟਸ ਨੇ ਨਾ, ਉਹ ਨਾ ਤਾਂ ਮਾਈਕ ਪੈਂਸ ਦੇ ਵੱਲ ਸੀਗੀਆਂ, ਨਾ ਹੀ ਉਹ ਹੋਰ ਕਿਸੇ ਦੇ ਵੱਲ ਸੀ। ਉਹ ਸਿਰਫ ਲੋਕਾਂ ਨੂੰ ਭੜਕਾਉਣ ਦੇ ਵੱਲ ਸੀ ਵੀ ਜਿੰਨੇ ਹੁਣ ਲੋਕ ਮੇਰੇ ਕੋਲੇ ਹੈਗੇ ਆ, ਤਾਂ ਕਿ ਕੋਈ ਡਰਾਮਾ ਕ੍ਰੀਏਟ ਕੀਤਾ ਜਾ ਸਕੇ। ਵੈਸੇ ਇੱਕ ਗੱਲ ਜ਼ਰੂਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦੀ ਹਾਂ, ਬਹੁਤ ਸਾਰੇ ਕਾਂਗਰਸਮੈਨ, ਬਹੁਤ ਸਾਰੇ ਸੈਨੇਟਰ ਕਹਿੰਦੇ ਸੀਗੇ ਕਿ ਅੱਜ ਦੀ ਪਾਰਟੀ ਦੇ ਵਿੱਚ ਅਸੀਂ ਆਵਾਜ਼ ਉਠਾਵਾਂਗੇ ਵੀ ਜੇ ਕੋਈ ਗੱਲ ਸਾਨੂੰ ਗਲਤ ਲੱਗੀ ਤਾਂ। ਪਰ ਇਹ ਗੱਲਾਂ ਨਹੀਂ ਸੀ ਕਿਸੇ ਨੇ ਸੋਚੀਆਂ ਵੀ ਉੱਥੇ ਪਬਲਿਕ ਆ ਜਾਏਗੀ, ਉੱਥੇ ਉਹ ਬਿਲਡਿੰਗਸ ਦੇ ਉੱਪਰ ਚੜ੍ਹੇਗੀ ਤੇ ਇਹ ਸਾਰਾ ਕੁਝ ਹੋ ਜਾਏਗਾ। ਇਹ ਤਾਂ ਕਦੇ ਬਿਲੀਵ ਵੀ ਨਹੀਂ ਸੀ ਕੀਤਾ ਜਾ ਸਕਦਾ। ਕਿ ਕੋਈ ਵੀ ਨਹੀਂ ਯਕੀਨ ਕਰਦਾ ਕਿ ਸਭ ਤੋਂ ਵੱਡੀ ਤਾਕਤ ਉੱਥੇ ਇੰਨੇ ਉਹਨਾਂ ਦੇ ਜਿਹੜੇ VIPs ਉੱਥੇ ਬੈਠੇ ਆ, ਤੇ ਇਹਨਾਂ ਦੀ ਮਿਲਟਰੀ, ਇਹਨਾਂ ਦੀ ਫੌਜ, ਇਹਨਾਂ ਨੇ ਬਾਅਦ ਦੇ ਵਿੱਚ ਨੈਸ਼ਨਲ ਗਾਰਡ ਜਿਹੜੇ ਉਹਨਾਂ ਨੂੰ ਕੀਤਾ ਸਾਰਾ ਕੁਝ, ਇਹ ਕਿੱਥੇ ਸੀ? ਇਹਨਾਂ ਨੂੰ ਆਸ ਨਹੀਂ ਸੀ ਇਸ ਗੱਲ ਦੀ, ਜਾਂ ਇਹ ਪ੍ਰਪੇਅਰ ਨਹੀਂ ਸੀ, ਜਾਂ ਥੋੜੀ ਜਿਹੀ ਢਿੱਲ ਵੀ ਹੈਗੀ ਹੈ? ਜਸਕਰਨ, ਤੁਸੀਂ ਕਦੇ ਅੱਜ ਤੱਕ ਦੇਖਿਆ ਵੀ ਜਿਹੜੇ ਬੰਦੇ ਰੋਕਣ ਵਾਸਤੇ ਆਫੀਸ਼ੀਅਲਸ ਜਾ ਰਹੇ ਹੋਣ, ਪੁਲਿਸ ਆਫੀਸ਼ੀਅਲਸ ਉੱਥੇ ਜਾ ਰਹੇ ਹੋਣ, ਉਹ ਖੜੇ ਹੋ ਕੇ ਬਾਕੀ ਮੌਬ ਦੇ ਨਾਲ ਆਪਣੀਆਂ ਫੋਟੋਆਂ ਲੈ ਰਹੇ ਹੋਣ ਆਪਣੀ ਡਿਊਟੀ ਕਰਨ ਦੀ ਬਜਾਏ? ਮੰਨਿਆ ਕਿ ਇਸ ਟਾਈਮ ਜਿਹੜੀ ਹੁਣ ਤੱਕ ਜਿਹੜਾ ਵੀ ਕੰਟਰੋਲ ਹੈ ਨਾ, ਇਸ ਹਿਸਾਬ ਨਾਲ ਮਿਸਟਰ ਟਰੰਪ ਨੇ ਹਰ ਚੀਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਕੋਈ ਚੀਜ਼ ਵੀ ਬਚ ਨਾ ਜਾਵੇ। ਹੁਣ ਤੁਸੀਂ ਜੇ 9 ਜੱਜਸ ਦੀ ਕੰਟਰੋਲ ਦੀ ਗੱਲ ਕਰਦੇ ਹੋ, ਹੌਲੀ ਹੌਲੀ ਕਰਦੇ ਕਰਦੇ 234 ਜੱਜ ਉਹਨਾਂ ਨੇ ਆਪਣੇ ਲਗਾਏ ਜਿਹੜੇ ਕਿ ਰਿਪਬਲਿਕਨ ਨੇ। ਜਿਹੜੇ 9 ਸੀਨੀਅਰ ਜੱਜ ਉੱਥੋਂ ਦੇ ਜਿਹੜੇ ਹੁੰਦੇ ਨੇਗੇ, ਜਿਹੜੇ ਸੁਪਰੀਮ ਜੱਜ ਜਿਹੜੇ ਨੇਗੇ, ਸੁਪਰੀਮ ਕੋਰਟ ਦੇ ਜੱਜਿਸ, ਉਹਨਾਂ ਚੋਂ 6 ਇਸ ਟਾਈਮ ਰਿਪਬਲਿਕਨ ਨੇ। ਉਹਦੇ ਵਿੱਚੋਂ ਡੈਮੋਕ੍ਰੈਟ ਕਿੰਨੇ ਰਹਿ ਗਏ? 3। ਸੋ ਹਰ ਜਗ੍ਹਾ ਤੇ ਉਹਨਾਂ ਨੇ ਕਿਤੇ ਨਾ ਕਿਤੇ ਆਪਣੀ ਜਿਹੜੀ ਪਾਵਰ ਹੈ ਨਾ, ਉਹਨੂੰ ਬਣਾਉਣਾ ਸ਼ੁਰੂ ਕਰਤਾ ਸੀਗਾ ਕਿ ਇਹ ਸੀਟ ਮੈਂ ਜਾਣ ਨਹੀਂ ਦੇਣੀ, ਇਹ ਤਾਂ ਪਰਮਾਨੈਂਟ ਕੁਰਸੀ ਹੈ ਮੇਰੀ। ਉਹ ਪਰਮਾਨੈਂਟ ਕੁਰਸੀ ਜਦੋਂ ਇਸ ਹਿਸਾਬ ਨਾਲ ਉਮੀਦ ਨਹੀਂ ਸੀਗੀ, ਜਦੋਂ ਉਹ ਜਾਣ ਲੱਗੀ ਨਾ, ਫਿਰ
ਅਜੀਬ ਤਰ੍ਹਾਂ ਨਾਲ ਉਹਨਾਂ ਨੇ ਰਿਐਕਟ ਕਰਨਾ ਸ਼ੁਰੂ ਕੀਤਾ, ਲੇਕਿਨ ਇੱਕ ਗੱਲ ਉਹ ਭੁੱਲ ਗਏ ਇੱਥੇ। ਇੱਕ ਗੱਲ ਜਿਹੜੀ ਉਹਨਾਂ ਦੇ ਬਹੁਤ ਜ਼ਿਆਦਾ ਧਿਆਨ ਦੇ ਵਿੱਚ ਹੋਣਾ ਚਾਹੀਦਾ ਸੀ ਕਿ ਡੈਮੋਗ੍ਰਾਫਿਕ ਜਿਹੜੀਆਂ ਚੀਜ਼ਾਂ ਨੇ ਨਾ, ਉਹ ਜਦੋਂ ਚੇਂਜ ਹੁੰਦੀਆਂ ਨੇ, ਰੈਵੋਲੂਸ਼ਨ ਉਦੋਂ ਹੀ ਆਉਂਦਾ ਹੈ। ਤੁਸੀਂ ਇੱਕ ਗੱਲ ਦੇਖੋ ਵੀ ਜਦੋਂ ਇੱਕ ਕੰਟਰੀ ਦੇ ਵਿੱਚ ਮੈਜੋਰਟੀ ਸਿਰਫ ਇੱਕ ਰੇਸ ਦੇ ਲੋਕ ਨੇ, ਹੌਲੀ ਹੌਲੀ ਉੱਥੇ ਦੂਸਰੇ ਲੋਕ ਆਣੇ ਸ਼ੁਰੂ ਹੋਏ। ਬਿਲਕੁਲ। ਜਾਰਜੀਆ ਅੱਜ ਤੱਕ ਬਲੂ ਨਹੀਂ ਹੋਈ, 28 ਸਾਲਾਂ 'ਚ ਬਲੂ ਨਹੀਂ ਹੋਈ। ਅੱਜ ਪਹਿਲੀ ਵਾਰੀ ਬਲੂ ਕਿਉਂ ਹੋਈ? ਇਹਦੇ ਪਿੱਛੇ ਇੱਕ ਵੱਡਾ ਕਾਰਨ ਹੈ ਕਿ ਜੇ ਤੁਸੀਂ ਉਹਨੂੰ ਦੇਖਦੇ ਹੋ ਨਾ, ਸਾਰੀ ਜਿਹੜੀ ਸਟੇਟ ਹੈ ਉਹ ਹੌਲੀ ਹੌਲੀ ਜਦੋਂ ਦੇ ਵੱਡੇ ਬਿਜ਼ਨੈਸਿਸ ਜਿਹੜੇ ਆ, ਵੱਡੀਆਂ ਕੰਪਨੀਜ਼ ਐਟਲਾਂਟਾ ਦੇ ਵਿੱਚ ਆਈਆਂ, ਉਹਦੇ ਨਾਲ ਵੱਡਾ ਇੱਕ ਸਿਟੀ ਹੈ ਸਵਾਨਾ, ਉੱਥੇ ਦੇ ਵਿੱਚ ਆਈਆਂ। ਡਾਲਟਨ ਜਿੱਥੇ ਇਹ ਮਿਸਟਰ ਟਰੰਪ ਆਪਣਾ ਮੈਸੇਜ ਦੇਣ ਗਏ ਸੀਗੇ, ਉੱਥੇ ਸਭ ਤੋਂ ਵੱਡੀ ਉਹ ਕਾਰਪੇਟ ਸਿਟੀ ਕਿਹਾ ਜਾਂਦਾ ਹੈ, ਉੱਥੇ ਸਾਰੀ ਦੁਨੀਆ ਦੇ ਲੋਕ ਉੱਥੇ ਕੰਮ ਕਰਨ ਵਾਸਤੇ ਆਏ। ਹੌਲੀ ਹੌਲੀ ਹੋਇਆ ਕਿ ਸਿਰਫ ਇੱਕ ਰੇਸ ਦੀ ਬਜਾਏ ਜਿਹੜੀ ਬਲੈਕ ਰੇਸ ਸੀ ਉਹਨੇ ਸਾਰਾ ਦਾ ਸਾਰਾ ਐਟਲਾਂਟਾ ਕਵਰ ਕੀਤਾ, ਹਿਸਪੈਨਿਕ ਰੇਸ ਸੀ ਉਹਨੇ ਸਾਰਾ ਦਾ ਸਾਰਾ ਸਵਾਨਾ ਤੇ ਨਾਲ ਦੀ ਨਾਲ ਡਾਲਟਨ ਕਵਰ ਕੀਤਾ। ਤਾਂ ਜਿਹੜੀਆਂ ਵੋਟਾਂ ਨੇ ਉਹ ਕਿੱਧਰ ਗਈਆਂ? ਉਹ ਵੋਟਾਂ ਜਿਹੜੀਆਂ ਨੇ ਹੌਲੀ ਹੌਲੀ ਡਿਵਾਈਡ ਹੋਣੀਆਂ ਸ਼ੁਰੂ ਹੋਈਆਂ। ਜਦੋਂ ਲੋਕ ਬਦਲਦੇ ਨੇ ਨਾ, ਉਦੋਂ ਚੀਜ਼ਾਂ ਸਾਰੀਆਂ ਬਦਲਦੀਆਂ ਨੇ। ਅੱਜ ਇਹ ਉਹ ਸਮਾਂ ਹੈ ਜਿਹੜਾ ਕਿ ਇਹ ਬਹੁਤ ਧਿਆਨ ਦੇ ਨਾਲ ਸਮਝਿਆ ਜਾਣਾ ਚਾਹੀਦਾ ਸੀ। ਤੇ ਹੁਣ ਇਹਦਾ ਅਗਲਾ ਸਟੈਪ ਕੀ ਲੱਗਦਾ? ਔਰ ਫਿਰ ਕਲੀਅਰ ਕੱਟ ਗੱਲ ਆ ਵੀ ਇੱਕ ਪਾਸੇ ਗੱਲਾਂ ਬਾਹਰ ਆ ਰਹੀਆਂ ਵੀ ਢਿੱਲ ਵਰਤੀ ਗਈ ਉਹਨਾਂ ਦੇ ਨਾਲ, ਜਿਵੇਂ ਤੁਸੀਂ ਗੱਲ ਕੀਤਾ ਵੀ ਪੁਲਿਸ ਵਾਲੇ ਤੇ ਸੈਲਫੀਆਂ ਖਿਚਾ ਰਹੇ ਆ। ਦੂਜੇ ਪਾਸੇ ਜਿਹੜਾ ਉਹ ਮਾੜੀ ਜੀ ਗੱਲ ਦੇ ਉੱਤੇ ਜਾਰਜ ਫਲਾਇਡ ਦੀ ਧੌਣ ਤੇ ਗੋਡਾ ਰੱਖ ਕੇ ਤਾਂ ਉਹਨੂੰ ਉਹ ਹਾਲ ਕਰ ਦਿੱਤਾ ਜਿਹੜਾ ਪੂਰੀ ਦੁਨੀਆ ਦੇ ਵਿੱਚ। ਔਰ ਇਸ ਗੱਲ ਨੂੰ ਜਿਹੜੀ ਸਿਸਟੈਮਿਕ ਰੇਸਿਜ਼ਮ ਹੈ, ਇਹਨੂੰ ਵੱਡੇ ਵੱਡੇ ਲੋਕਾਂ ਨੇ ਵੀ ਮੰਨਿਆ, ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਇਹ ਗੱਲ ਮੰਨੀ ਹੈ। ਹੁਣ ਇੱਕ ਤਾਂ ਇਹ ਹੈ ਵੀ ਇਹ ਇੱਕ ਝਟਕਾ ਸੀ ਜਿਹੜਾ ਟਰੰਪ ਹੁਣਾਂ ਦੇ ਜਾਣ ਵੇਲੇ ਲੱਗਣਾ ਹੀ ਸੀ। ਇੰਨਾ ਸੌਖਾ ਉਹਨਾਂ ਨੇ ਨਹੀਂ ਜਾਣਾ ਸੀ ਕਿ ਚੁੱਪਚਾਪ ਟਰੰਪ ਚਲੇ ਗਏ ਤਾਂ ਜੋ ਬਾਈਡਨ ਆ ਗਏ। ਨਹੀਂ, ਇਹ ਇੱਕ ਝਟਕਾ ਸੀ ਜਿਹੜਾ ਲੱਗ ਗਿਆ, ਗੱਲ ਖਤਮ। ਜਾਂ ਹੁਣ ਇਹਦਾ ਅੱਗੇ ਆ ਵੀ ਦੂਜੀ ਧਿਰ ਜਿਹੜੀ ਆ ਉਹ ਰਿਐਕਸ਼ਨ ਦੇ ਸਕਦੀ ਹੈ, ਜਾਂ ਉੱਥੇ ਦੀ ਸਿਚੁਏਸ਼ਨ ਕੀ ਹੁੰਦੀ ਹੈ? ਹਾਲੇ ਤੱਕ ਨਾ ਸਿਚੁਏਸ਼ਨ ਜਿਹੜੀ ਆ ਉਹ ਕਿਸੇ ਪਾਸੇ ਵੀ ਸਮਝ ਆਉਣੀ ਬਹੁਤ ਔਖੀ ਹੈ ਜੀ। ਇਹ ਜ਼ਰੂਰੀ ਨਹੀਂ ਹੈ ਵੀ ਇੱਕੋ ਪਾਰਟੀ ਇਹ ਸਾਰਾ ਕੁਝ ਕਰ ਰਹੀ ਹੋਵੇ। ਜਦੋਂ ਮਿਸਟਰ ਡੋਨਾਲਡ ਟਰੰਪ ਦੀ ਫੋਨ ਕਾਲ ਸਾਹਮਣੇ ਆਈ, ਉਸ ਤੋਂ ਬਾਅਦ ਇੱਕ ਖਾਸ ਮੁੱਦਾ ਚੱਕਿਆ ਗਿਆ ਵੀ ਮਿਸਟਰ ਡੋਨਾਲਡ ਟਰੰਪ ਨੂੰ ਫਿਰ ਇਹਨਾਂ ਤੇ ਇਲਜ਼ਾਮ ਲਗਾ ਕੇ ਇਹਨਾਂ ਨੂੰ ਸੈਨੇਟ ਦੇ ਵਿੱਚ ਜਾਂ ਇਸ ਤਰੀਕੇ ਖੜਾ ਕੀਤਾ ਜਾਵੇ ਤਾਂ ਕਿ ਇਹ ਅਗਲੀ ਵਾਰੀ ਵੀ ਫਿਰ ਕਦੇ ਇਲੈਕਸ਼ਨ ਨਾ ਲੜ ਸਕਣ। ਹੁਣ ਇਹ ਮਿਸਟਰ ਟਰੰਪ ਤਾਂ ਕਰ ਨਹੀਂ ਸਕਦੇ, ਦੂਸਰੀ ਪਾਰਟੀ ਵੀ ਤਾਂ ਬਰਾਬਰ ਹੈ ਨਾ। ਬਿਲਕੁਲ। ਸੋ ਹੁਣ ਹਲੇ ਇਹ ਗੱਲ ਕਿਹੜੇ ਪਾਸੇ ਜਾਏਗੀ ਇਹ ਕਿਹਾ ਨਹੀਂ ਜਾ ਸਕਦਾ। ਇਹ ਬੰਦੇ ਕਿਹੜੇ ਪਾਸਿਓਂ ਆਏ ਨੇ ਕਹੀ ਨਹੀਂ ਜਾ ਸਕਦੇ, ਕਿਉਂਕਿ ਇਹ ਗੱਲਾਂ ਦੋਨੋਂ ਪਾਸੇ ਹੋ ਰਹੀਆਂ ਨੇ। ਲੇਕਿਨ ਯੈਸ, ਜਿਹੜੇ ਲੋਕ ਉੱਥੇ ਆਏ ਨੇ ਉਹ ਟਰੰਪ ਦੇ ਨਾਂ ਦਾ ਨਾਰਾ ਲਾ ਰਹੇ ਨੇ। ਉਹ ਕਹਿ ਰਹੇ ਨੇ ਕਿ ਟਰੰਪ ਇਜ਼ ਆਵਰ ਪ੍ਰੈਜ਼ੀਡੈਂਟ। ਉਹਨਾਂ ਨੇ ਜੋ ਵੀ ਕੁਝ ਕੀਤਾ that was not right। ਬਟ ਹਾਂ, ਜਿਹੜੀ ਗੱਲ ਤੁਸੀਂ ਜੈਕੋਬ ਬਲੇਕ ਦੀ ਤੇ ਦੂਸਰੇ ਆਪਣੇ ਉਹਨਾਂ ਦੀ ਕੀਤੀ ਹੈਗੀ, ਬਲੈਕ ਜਿਹੜੀ ਮੂਲ ਦੇ ਦੋ ਵਿਅਕਤੀ ਸੀ ਜਿਨ੍ਹਾਂ ਪਿੱਛੇ ਸਾਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਹੋਏ ਨੇ, ਯੈਸ, ਸਾਰੀ ਦੁਨੀਆ ਨੇ ਇਹ ਗੱਲ ਵੀ ਕੀਤੀ ਹੈ। ਸਭ ਤੋਂ ਜ਼ਿਆਦਾ ਪਹਿਲਾ ਟਵੀਟ ਜਿਹੜਾ ਹੈਗਾ ਉਹ ਹਾਲੀਵੁੱਡ ਤੋਂ ਆਇਆ। ਉਹ ਕਹਿੰਦੇ ਜਿਹੜਾ ਅੱਜ ਇਹ ਸਾਰਾ ਕੁਝ ਹੋ ਰਿਹਾ ਨਾ, ਜੇ ਇਹਨਾਂ ਲੋਕਾਂ ਦੇ ਵਿੱਚ ਦੀ ਬਜਾਏ ਕਾਲੇ ਮੂਲ ਦੇ, ਸਿਆਹ ਮੂਲ ਦੇ ਲੋਕ ਇੱਥੇ ਪ੍ਰੋਟੈਸਟ ਕਰਨ ਆਏ ਹੁੰਦੇ ਤੇ ਆਏ ਦੀਵਾਰਾਂ ਚੜੀਆਂ ਹੁੰਦੀਆਂ, ਤਾਂ ਉਸ ਵੇਲੇ ਜਦੋਂ ਪ੍ਰੋਟੈਸਟ ਹੋ ਰਹੇ ਸੀ ਉਦੋਂ ਪੁਲਿਸ ਨੇ ਗੋਲੀਆਂ ਵੀ ਚਲਾਈਆਂ। ਤੇ ਅੱਜ ਪੁਲਿਸ ਖੜੀ ਹੋ ਕੇ ਉਹਨਾਂ ਨਾਲ ਸੈਲਫੀ ਖਿਚਾ ਰਹੀ ਹੈ। ਕੀ ਇਹ ਸਿਰਫ ਰੰਗ ਕਰਕੇ ਹੋਇਆ? ਇੱਕ ਕੁਐਸਚਨ ਮਾਰਕ ਜ਼ਰੂਰ ਹੈਗਾ। ਤੇ ਦੂਜੀ ਗੱਲ, ਜਿਹੜਾ ਇਸ ਵੇਲੇ ਹੁਣ ਜਿਹੜੀ ਸਿਚੁਏਸ਼ਨ ਉੱਥੇ ਬਣ ਚੁੱਕੀ ਆ ਵੀ ਇੱਕ ਰਾਸ਼ਟਰਪਤੀ ਵੱਲੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਵੀ ਮੈਂ ਨਹੀਂ ਮੰਨਦਾ, ਸੰਵਿਧਾਨ ਕਹਿ ਰਿਹਾ, ਵੋਟਾਂ ਪੈ ਗਈਆਂ, ਗਿਣ ਹੋ ਗਈਆਂ, ਤੁਸੀਂ ਅਪੀਲ ਕਰ ਲਈ, ਕੇਸ ਕਰ ਲਏ, ਰਿਟ ਕਰ ਲਈ, ਸਾਰਾ ਕੋਰਟ ਨੇ ਵੀ ਕਹਿ ਦਿੱਤਾ ਕਿ ਤੁਸੀਂ ਨਹੀਂ ਕਰਨਾ। ਇਹ ਮਤਲਬ ਸਾਡੇ ਪੱਧਰ ਤੇ ਜਿਹੜਾ ਸਧਾਰਨ ਬੰਦਾ ਸੋਚਦਾ ਉਹਨੂੰ ਬੜੀ ਹਾਸੋਹੀਣੀ ਗੱਲ ਲੱਗਦੀ ਹੈ ਵੀ ਇਹ ਕੀ ਮਜ਼ਾਕ ਆ, ਇਹ ਕਿ ਕੋਈ ਨਿਆਣਿਆਂ ਦੀ ਖੇਡ ਆ, ਮੈਂ ਨਹੀਂ ਮੰਨਦਾ, ਮੈਂ ਨਹੀਂ ਹਾਰਿਆ। ਤੇ ਦੂਜੇ ਪਾਸੇ ਜਦੋਂ ਇਹ ਦੇਖਦੇ ਆ ਵੀ ਇਹ ਉਹ ਵਿਅਕਤੀ ਹੈ ਜਿਹਨੇ ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕ ਤੇ ਰਾਜ ਕੀਤਾ, ਤੇ ਉਹ ਵਿਅਕਤੀ ਇੰਨਾ ਵੀ ਨਹੀਂ ਸਿੱਧਾ ਹੋ ਸਕਦਾ ਜਿੰਨਾ ਅਸੀਂ ਸਮਝੀ ਜਾਂਦੇ ਵੀ ਉਹ ਤਾਂ ਵੈਸੇ ਹੀ ਬਿਆਨ ਦੇ ਦਿੰਦਾ, ਉਹ ਤਾਂ ਵੈਸੇ ਹੀ ਕਹਿ ਦਿੰਦਾ। ਕੀ ਲੱਗਦਾ ਇਹਦੇ ਪਿੱਛੇ ਜੀ? ਇਹ ਗੱਲ ਬਿਲਕੁਲ ਸਹੀ ਹੈ ਕਿ ਵਿਅਕਤੀ ਇਹੋ ਜਿਹਾ ਤਾਂ ਨਹੀਂ ਹੋ ਸਕਦਾ ਵੀ ਇਹ ਬਿਨਾਂ ਗੱਲ ਕੀਤੇ ਬਿਆਨ ਦੇ ਦਿੰਦਾ। ਲੇਕਿਨ ਜੇ ਜਨਤਾ ਜਿਹੜੀ ਹੈ ਬਹੁਤ ਆਰਾਮ ਨਾਲ ਇਸ ਤਰੀਕੇ ਈਜ਼ੀ ਸਮਝ ਜਾਂਦੀ ਹੈ ਤਾਂ ਪ੍ਰੋਬਲਮ ਕਾਹਦੀ ਹੈ? ਜੇ ਇੱਕ ਸਾਨੂੰ ਇਹ ਪਤਾ ਹੈ
ਵੀ ਜੇ ਰੈੱਡ ਤੇ ਬਲੂ ਕਲਰ ਦਾ ਝੰਡਾ ਲਹਿਰਾ ਕੇ ਅਸੀਂ ਚਲੇ ਗਏ, ਅਸੀਂ ਕਿਹਾ ਜੀ ਅਸੀਂ ਤਾਂ ਕੁਛ ਨਹੀਂ ਕਿਹਾ, ਲੇਕਿਨ ਪਬਲਿਕ ਤਾਂ ਸਮਝ ਗਈ ਨਾ ਵੀ ਬਲੂ ਤੇ ਜਿਹੜਾ ਬਲੂ ਤੇ ਰੈੱਡ ਕਲਰ ਦਾ ਝੰਡਾ, ਇਹਦਾ ਮਤਲਬ ਅਮਰੀਕਾ ਦੀ ਗੱਲ ਹੋ ਰਹੀ ਹੈ। ਜੇ ਅਸੀਂ ਨਿੱਕੀ ਜਿਹੀ ਗੱਲ ਕਰਕੇ ਪਬਲਿਕ ਨੂੰ ਭੜਕਾ ਸਕਦੇ ਹਾਂ, ਆਪਦੇ ਨਾਲ ਲਾ ਸਕਦੇ ਹਾਂ, ਫਿਰ ਬਹੁਤਾ ਜ਼ਿਆਦਾ ਬੋਲਣ ਕਰਨ ਦੀ ਲੋੜ ਕੀ ਹੈ। ਸੋ ਮਿਸਟਰ ਪ੍ਰੈਜ਼ੀਡੈਂਟ ਜਿਹੜੇ ਨੇ ਬਹੁਤ ਸਿਆਣੇ ਨੇ, ਬਟ ਬਹੁਤ ਸਾਰੇ ਜਿਹੜੇ ਡਾਕਟਰਸ ਤੇ ਸਾਈਕੋਲੋਜਿਸਟ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਜਦੋਂ ਅਸੀਂ ਇਹਨਾਂ ਦੀ ਸਾਰੀ ਲਾਈਫ ਨੂੰ ਸਟੱਡੀ ਕੀਤੀ ਹੈ ਨਾ, ਉਹ ਕਹਿੰਦੇ ਇਹਨਾਂ ਨੇ ਅੱਜ ਤੱਕ ਨਾ ਕਦੇ ਸੁਣੀ ਹੋਈ ਨਹੀਂ ਹੈਗੀ। ਇਹਨਾਂ ਨੂੰ ਅੱਜ ਤੱਕ ਕੋਈ ਇਹੋ ਜਿਹਾ ਮਿਲਿਆ ਨਹੀਂ ਜਿਹੜਾ ਇਹਨਾਂ ਨੂੰ ਨਾ ਕਰ ਸਕੇ। ਸੋ ਨਾ ਸੁਣਨ ਦੇ ਇਹ ਆਦੀ ਨਹੀਂ ਹੈਗੇ, ਜਿਸ ਹਿਸਾਬ ਨਾਲ ਚਾਹੁੰਦੇ ਨੇ ਉਸ ਹਿਸਾਬ ਨਾਲ ਇਹ ਰਿਐਕਟ ਕਰਦੇ ਨੇ। ਬਟ ਪਬਲਿਕ ਉੱਥੋਂ ਦੀ ਜਿਹੜੀ ਬਹੁਤ ਸਾਰੀ ਮਿਸਟਰ ਟਰੰਪ ਦੇ ਨਾਲ ਹੈਗੀ ਆ, ਉਹ ਮਿਸਟਰ ਟਰੰਪ ਵਰਗੀ ਵੀ ਹੈਗੀ ਹੈ। ਉਹਨਾਂ ਨੂੰ ਗੱਲ ਐਸੇ ਤਰੀਕੇ ਜ਼ਿਆਦਾ ਸੋਹਣੇ ਤੇ ਈਜ਼ੀ ਤਰੀਕੇ ਸਮਝ ਆਉਂਦੀ ਹੈ, ਇੰਸਟੈਡ ਆਫ ਉਹਨਾਂ ਨੂੰ ਆਪਾਂ ਚੀਜ਼ਾਂ ਲਪੇਟ ਕੇ ਤੇ ਔਖੀਆਂ ਕਰਕੇ ਸਮਝਾਈਏ। ਆਮ ਪਬਲਿਕ ਉੱਥੋਂ ਦੀ ਕਹਿੰਦੀ ਹੈ ਕਿ ਸਾਨੂੰ ਮਿਸਟਰ ਟਰੰਪ ਦੀ ਬੋਲਬਾਣੀ ਉਹਨਾਂ ਦੀ, ਇੱਕ ਉਹਨਾਂ ਦਾ ਬੇਬਾਕ ਤਰੀਕਾ, ਇੱਕ ਉਹਨਾਂ ਦੀਆਂ ਸਿੱਧੀਆਂ ਪੱਧਰੀਆਂ ਜੀਆਂ ਗੱਲਾਂ, ਉਹ ਸਾਡੇ ਵਰਗੀਆਂ ਲੱਗਦੀਆਂ। ਜਿਹੜੇ ਬਾਕੀ ਪੋਲੀਟੀਸ਼ੀਅਨਸ ਨੇ ਨਾ, ਉਹ ਜਿਹੜੇ ਬੜੇ ਵੱਡੇ ਲੈਕਚਰ ਦਿੰਦੇ ਨੇ, ਉਹ ਸਾਡੀ ਸਮਝ ਤੋਂ ਬਾਹਰ ਨੇ। ਸੋ ਸਾਨੂੰ ਤਾਂ ਇਹੋ ਜਿਹਾ ਹੀ ਪ੍ਰੈਜ਼ੀਡੈਂਟ ਚਾਹੀਦਾ ਜਿਹੜਾ ਘੱਟੋ ਘੱਟ ਸਾਨੂੰ ਰਿਪਰੈਜ਼ੈਂਟ ਕਰੇ। ਆਮ ਬਹੁਤ ਸਾਰੇ ਲੋਕਾਂ ਦੀ ਇਹ ਰਾਏ ਹੈ। ਉੱਥੇ ਦਾ ਸਿਸਟਮ ਕੀ ਆ? ਤੁਸੀਂ ਅਮਰੀਕਾ ਦੇ ਵਿੱਚ ਰਹੇ ਵੀ ਹੋ, ਤੁਸੀਂ ਉਹਨੂੰ ਨੇੜਿਓਂ ਦੇਖਿਆ ਵੀ ਆ। ਅਸੀਂ ਕੈਨੇਡਾ ਦੇ ਵਿੱਚ ਰਹਿੰਦੇ ਆ, ਇੱਥੇ ਕਈ ਤਰ੍ਹਾਂ ਦੀਆਂ ਕਮਿਊਨਿਟੀ ਆ, ਕਈ ਰੰਗਾਂ ਦੇ ਲੋਕ ਹੈਗੇ ਆ, ਪਰ ਇਸ ਕਿਸਮ ਦਾ ਨਹੀਂ ਆ ਸ਼ਾਇਦ ਸਿੱਧਾ ਜਿਹੜਾ ਸਾਨੂੰ ਦਿਸਦਾ ਕਿ ਇੱਕ ਪਾਸੇ ਵਾਈਟ ਸੁਪਰਮੇਸੀ ਆ ਜਾਂ ਦੂਜੇ ਪਾਸੇ ਦੂਜੇ ਲੋਕ ਹੈਗੇ। ਉੱਥੇ ਇਦਾਂ ਦਾ ਹੀ ਹੈ, ਤੇ ਇਹਦੇ ਵਿੱਚ ਕਿਤੇ ਟੈਨਸ਼ਨ ਪਈ ਹੈ ਸੋਸਾਇਟੀ ਦੇ, ਜਾਂ ਉੱਥੇ ਵਿਜ਼ੀਬਲ ਕੁਛ ਨਾ ਕੁਛ ਹੈਗਾ ਵੀ ਆ ਦੂਜੇ ਪਾਸੇ ਆ ਏਡੀ ਵੱਡੀ ਕੰਟਰੀ 'ਚ? ਐਡੀ ਵੱਡੀ ਕੰਟਰੀ 'ਚ ਨਹੀਂ ਜੀ। ਜਿਹੜੀ ਤੁਸੀਂ ਕਿਹਾ ਵੀ ਕੈਨੇਡਾ ਵਿੱਚ ਹਾਲਾਤ, ਕੈਨੇਡਾ 'ਚ ਵੀ ਬਹੁਤ ਹੱਦ ਤੱਕ ਕਲੋਜ਼ ਨੇ, ਬਿਲਕੁਲ ਉੱਥੇ ਵਰਗੇ ਕਹੇ ਨਹੀਂ ਜਾ ਸਕਦੇ, ਪਰ ਤੁਸੀਂ ਐਂ ਨਹੀਂ ਕਹਿ ਸਕਦੇ ਹੈਗੇ ਕਿ ਇੱਥੇ ਕੁਝ ਜਿਹੜੇ ਧੜ ਨੇ ਉਹ ਵੱਖਰੇ ਨਹੀਂ ਹੈਗੇ। ਇੱਥੇ ਵੀ ਰੇਸਿਜ਼ਮ ਹੈਗਾ ਜੀ। ਇੱਥੇ ਵੀ ਹਾਂ, ਪੱਧਰ ਜ਼ਰੂਰ ਫਰਕ ਹੋ ਸਕਦਾ। ਇੱਕ ਗੱਲ ਜ਼ਰੂਰ ਹੈ ਕਿ ਉੱਥੇ ਦੇ ਜਿਹੜੇ ਲੋਕ ਨੇਗੇ, ਉਹਨਾਂ ਨੂੰ ਜਦੋਂ ਆਪਾਂ ਡਿਵਾਈਡ ਕਰਦੇ ਹਾਂ, ਆਪਣੇ ਤਰ੍ਹਾਂ ਹੀ ਉੱਥੇ ਵੀ ਸਾਰੀ ਦੁਨੀਆ ਤੋਂ ਲੋਕ ਆ ਕੇ ਵਸੇ ਹੋਏ ਨੇ। ਅੱਛਾ ਜੀ। ਹਰ ਇੱਕ ਦੁਨੀਆ ਦਾ ਵਿਅਕਤੀ ਜਿਹੜਾ ਹੈਗਾ, ਕੋਈ ਵੀ ਇਹੋ ਜਿਹੀ ਕੰਟਰੀ ਨਹੀਂ ਹੋਣੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹੈ, ਉਹਦੇ ਵਿੱਚ 3rd ਨੰਬਰ ਤੇ ਅਮਰੀਕਾ ਆਉਂਦਾ ਹੈ। ਬਿਲਕੁਲ, ਪਾਪੂਲੇਸ਼ਨ ਬਹੁਤ ਜ਼ਿਆਦਾ ਹੈ। ਜਿਹੜੇ ਹਿਸਪੈਨਿਕ ਆ ਗਏ, ਜਿਹੜੇ ਉਸ ਤੋਂ ਬਾਅਦ ਸਾਊਥ ਅਮਰੀਕਨ ਆ ਗਏ, ਇੱਧਰੋਂ ਆਪਣੇ ਵੱਲੋਂ ਚਾਈਨਾ ਤੋਂ, ਇੰਡੀਆ ਤੋਂ, ਪਾਕਿਸਤਾਨ ਤੋਂ, ਯੂਰਪ ਤੋਂ ਬਹੁਤ ਜ਼ਿਆਦਾ ਲੋਕ ਆਏ ਹੋਏ ਨੇ। ਲੇਕਿਨ ਅਕੋਰਡਿੰਗ ਟੂ ਪਾਪੂਲੇਸ਼ਨ ਉਹਨਾਂ ਦੀ ਗਿਣਤੀ ਸਾਡੇ ਵਾਂਗੂ, ਕੈਨੇਡੀਅਨਸ ਵਾਂਗੂ ਬਰਾਬਰ ਜੇ ਨਹੀਂ ਹੋ ਗਈ ਹੈ। ਉੱਥੇ ਅਮਰੀਕਨਸ, ਨੇਟਿਵਸ ਤੇ ਹੋਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਤੇ ਉਸ ਹਿਸਾਬ ਨਾਲ ਜਿਹੜੇ ਇਮੀਗ੍ਰੈਂਟਸ ਨੇ ਉਹ ਘੱਟ ਨੇ। ਇੱਥੇ ਜੇ ਆਪਾਂ ਟੋਟਲ ਗੱਲ ਕਰਦੇ ਹਾਂ ਨਾ, ਤਾਂ ਕੈਨੇਡਾ ਵਿੱਚ ਜਿੰਨੀ ਟੋਟਲ ਪਾਪੂਲੇਸ਼ਨ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਇਮੀਗ੍ਰੈਂਟਸ ਨੇ ਜੀ, ਕਿਉਂਕਿ ਇੱਥੇ ਪਾਪੂਲੇਸ਼ਨ ਵੈਸੇ ਹੀ ਘੱਟ ਹੈ। ਲੇਕਿਨ ਅਮਰੀਕਾ ਦੇ ਵਿੱਚ ਪਹਿਲਾਂ ਵੀ ਪਾਪੂਲੇਸ਼ਨ ਬਹੁਤ ਜ਼ਿਆਦਾ ਸੀ, ਉੱਥੇ ਇਮੀਗ੍ਰੈਂਟਸ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਘੱਟ ਹੈ। ਜੇ ਤੁਸੀਂ ਆਪਣੇ ਵਾਂਗੂ ਦੇਖ ਲੈਂਦੇ ਹੋ ਨਾ, ਬਹੁਤ ਵੱਡੇ ਸਿਟੀਜ਼ ਦੇ ਵਿੱਚ ਜੇ ਕਿਤੇ ਕਿਤਾਈ ਤੁਹਾਨੂੰ ਨਜ਼ਰ ਜ਼ਰੂਰ ਆਉਂਦੇ ਨੇ ਆਪਣੇ ਪੰਜਾਬੀ ਭਾਈਚਾਰਾ ਜਿਹੜਾ ਥੋੜਾ ਜਿਹਾ ਇਕੱਠੇ ਰਹਿੰਦਾ, ਬਟ ਅਦਰਵਾਈਜ਼ ਆਈ ਨਹੀਂ ਹੈ ਵੀ ਸਾਰੀ ਜਗ੍ਹਾ ਤੁਸੀਂ ਉਹਨਾਂ ਨੂੰ ਲੱਭ ਸਕਦੇ ਹੋ ਜਾਂ ਦੇਖ ਸਕਦੇ ਹੋ। ਸੋ ਇਸ ਕਰਕੇ ਇੱਥੇ ਆਪਣੇ ਬਹੁਤ ਸਾਰੇ ਮਿਨਿਸਟਰਸ ਜਿਹੜੇ ਨੇ, ਇੱਥੇ ਆਪਣੇ ਬਹੁਤ ਸਾਰੇ MPs ਜਿਹੜੇ ਨੇ ਕੈਨੇਡਾ ਵਿੱਚ, ਉਹ ਦਸਤਾਰਧਾਰੀ ਨੇ। ਉੱਥੇ ਹਲੇ ਤੱਕ ਪਬਲਿਕ ਸਟਰਗਲ ਕਰ ਰਹੀ ਹੈ ਲੋਕਾਂ ਨੂੰ ਦੱਸਣ ਦੇ ਵਾਸਤੇ ਵੀ ਅਸੀਂ ਸਿਰ ਤੇ ਜਿਹੜੀਆਂ ਇਹ ਦਸਤਾਰ ਬੰਨੀ ਹੈ ਵੀ ਅਸੀਂ ਬੰਦੇ ਕੌਣ ਆ। ਹਾਲੇ ਤੱਕ 9/11 ਵੇਲੇ ਜਦੋਂ ਅਟੈਕ ਹੋਇਆ ਸੀਗਾ ਜਿਹੜੀ ਉੱਥੇ ਬਿਲਡਿੰਗਸ ਦੇ ਉੱਪਰ, ਉਸ ਤੋਂ ਬਾਅਦ ਜਿੰਨਾ ਵੀ ਲੋਕਾਂ ਦੇ ਪੱਗਾਂ ਬੰਨੀਆਂ ਸੀ, ਡਜ਼ਨਟ ਮੈਟਰ ਉਹ ਕਿਹੜੀ ਕੰਟਰੀ ਤੋਂ ਸੀ, ਕਿੱਥੋਂ ਸੀ, ਹਰੇਕ ਤੇ ਅਟੈਕ ਹੋਏ ਨੇ। ਹਰੇਕ ਨੇ ਦੇਖ ਕੇ ਆਈ ਕਿਹਾ ਵੀ ਤੂੰ ਬਿਨ ਲਾਡਨ ਦਾ ਬੰਦਾ, ਕਿਉਂਕਿ ਤੇਰੇ ਸਿਰ ਤੇ ਕੁਛ ਹੈਗਾ। ਹਾਲੇ ਤੱਕ ਵੀ ਅਮਰੀਕਾ ਦੇ ਵਿੱਚ ਜਿਹੜੀ ਸਿੱਖ ਕਮਿਊਨਿਟੀ ਹੈ, ਐਡੀ ਵੱਡੀ ਤਾਦਾਦ ਦੇ ਵਿੱਚ, ਕੈਨੇਡਾ ਨਾਲੋਂ ਜ਼ਿਆਦਾ ਅਮਰੀਕਾ ਦੇ ਵਿੱਚ ਸਿੱਖ ਕਮਿਊਨਿਟੀ ਹੈ। ਹਾਲੇ ਤੱਕ ਵੀ ਆਮ ਬਹੁਤ ਸਾਰੀਆਂ ਸਿਟੀਜ਼ ਦੇ ਵਿੱਚ, ਇਵਨ ਸਟੇਟਸ ਦੇ ਵਿੱਚ ਉਹਨਾਂ ਦੀ ਆਇਡੈਂਟੀਟੀ ਦਾ ਪਤਾ ਨਹੀਂ ਹੈ। ਸੋ ਇਸ ਕਰਕੇ ਰੇਸਿਜ਼ਮ ਉੱਥੇ ਜ਼ਿਆਦਾ ਹੋਣੀ ਹੈ, ਜਿੱਥੇ ਅਸੀਂ ਆਪਣੇ ਆਪ ਨੂੰ ਹਲੇ ਸਾਬਿਤ ਨਹੀਂ ਕਰ ਸਕੇ, ਆਪਣੇ ਆਪ ਨੂੰ ਦੱਸ ਨਹੀਂ ਕਰ ਸਕੇ, ਆਪਣੇ ਆਪ ਨੂੰ ਆਇਡੈਂਟੀਫਾਈ ਨਹੀਂ ਕਰਵਾ ਸਕੇ ਵੀ ਭਾਈ ਅਸੀਂ ਵੱਖਰੇ ਹਾਂ। ਇੱਥੇ ਇੱਕ ਗੱਲ ਇੱਦਾਂ ਸਮਝ ਆਉਂਦੀ ਹੈ, ਜਿਹੜਾ ਰਾਸ਼ਟਰਪਤੀ ਟਰੰਪ ਨੇ ਜਦੋਂ ਆਏ ਸੀ, ਇਹ ਇਲੈਕਸ਼ਨ ਜਿੱਤੇ ਵੀ ਆ, ਇਹਨਾਂ ਨੇ ਨਾਅਰਾ ਦਿੱਤਾ ਸੀ ਵੀ ਜਿਹੜਾ
ਅਮਰੀਕਾ ਫਸਟ, ਜਾਂ ਅਸੀਂ ਵੀ ਹੁਣ ਦੁਨੀਆ ਦੀ ਪ੍ਰਵਾਹ ਅਮਰੀਕਾ ਨੇ ਬਥੇਰਾ ਦਾਨ ਕਰ ਲਿਆ, ਫਲਾਣੇ ਵਾਤਾਵਰਣ ਸਮਝੌਤੇ ਦੇ ਵਿੱਚ ਦੇ ਲਿਆ ਵੀ ਹੁਣ ਅਸੀਂ ਬਾਕੀਆਂ ਦੀ ਪ੍ਰਵਾਹ ਨਹੀਂ ਕਰਨੀ, ਅਸੀਂ ਪਹਿਲਾਂ ਅਮਰੀਕਨ ਦਾ ਖਿਆਲ ਰੱਖਾਂਗੇ। ਤੇ ਲੋਕਾਂ ਨੇ ਇਹ ਗੱਲ ਮੰਨੀ ਤੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ। ਹੁਣ ਜਿਹੜੀ ਗੱਲ ਸਮਝ ਇਦਾਂ ਲੱਗਦਾ ਆ ਕਿ ਅਮਰੀਕਾ ਤੇ ਅਮਰੀਕਾ ਦੇ ਇੱਕ ਖਾਸ ਰੰਗ ਦੇ ਲੋਕਾਂ ਨੂੰ ਉਹ ਅਮਰੀਕਾ ਸਮਝ ਰਹੇ ਆ, ਜਿਹੜੇ ਬਾਕੀ ਨੇ ਉਹ ਬਾਹਰਲੇ ਨੇ, ਜਿਹੜੇ ਸਿਆਹ ਰੰਗ ਦੇ ਜਾਂ ਉਹਨਾਂ ਨੂੰ ਦੂਜੇ ਤਰੀਕੇ ਦੇ ਨਾਲ। ਤੇ ਉਸ ਟੈਨਸ਼ਨ ਦੇ ਵਿੱਚੋਂ ਸਾਨੂੰ ਇਹ ਸਾਰਾ ਕੁਝ ਨਜ਼ਰ ਆਉਂਦਾ ਵੀ ਇੱਕ ਬੰਦਾ ਜਿਸ ਕੌਮ ਨੇ, ਜਿਸ ਰੰਗ ਨੇ ਸਰਦਾਰੀ ਕੀਤੀ ਆ, ਉਹਦੇ ਸਾਹਮਣੇ ਵਾਲਾ ਜਦੋਂ ਹੁਣ ਬਰਾਬਰ ਆ ਰਿਹਾ ਹੈ ਤਾਂ ਉਹ ਤਕਲੀਫ ਦੇ ਵਿੱਚੋਂ ਸਾਰਾ ਕੁਝ ਨਿਕਲ ਰਿਹਾ ਵੀ ਇਹ ਜਿਹੜੀ ਐਵੇਂ ਕਿਵੇਂ ਜੇ ਲੋਕ ਆ ਜਿਹੜੇ ਸਾਡੇ ਬਰਾਬਰ ਆ ਕੇ ਹੁਣ ਖੜੇ ਹੋਣ ਲੱਗ ਪਏ ਆ। ਪਰ ਇਹ ਕੁਝ ਹੋਣੀ ਕਿਉਂ ਵਾਪਰ ਰਿਹਾ? ਜਦੋਂ ਬਰਾਕ ਓਬਾਮਾ ਰਾਸ਼ਟਰਪਤੀ ਬਣੇ ਆ, ਉਹਨਾਂ ਨੂੰ ਪੂਰੇ ਅਮਰੀਕਾ ਨੇ ਸਵੀਕਾਰ ਕੀਤਾ। ਜਿਹੜਾ ਇਹ ਹੁਣ ਟੈਨਸ਼ਨ ਕਿਉਂ ਕ੍ਰੀਏਟ ਹੋ ਰਹੀ ਆ ਕਿ ਜਿਹੜਾ ਉੱਥੇ ਇਦਾਂ ਕਿਉਂ ਹੁੰਦਾ? ਜਦੋਂ ਤੁਹਾਨੂੰ ਯਾਦ ਹੋਊਗਾ ਟਰੰਪ ਚੁਣੇ ਗਏ ਸੀ ਰਾਸ਼ਟਰਪਤੀ, ਉਹਦੇ ਤੋਂ ਬਾਅਦ ਵੀ ਸੜਕਾਂ ਦੇ ਉੱਤੇ ਪ੍ਰੋਟੈਸਟ ਹੋਏ ਸੀ ਵੀ ਗਲਤ ਬੰਦਾ ਰਾਸ਼ਟਰਪਤੀ ਬਣ ਗਿਆ। ਬਿਲਕੁਲ ਠੀਕ ਹੈ। ਇਹ ਗੱਲ ਜਦੋਂ ਬੈਰਕ ਓਬਾਮਾ ਰਾਸ਼ਟਰਪਤੀ ਦੀ ਚੋਣ ਵਾਸਤੇ ਪਹਿਲਾਂ ਤਾਂ ਨੋਮੀਨੇਟ ਕੀਤੇ ਗਏ ਸੀ, ਉਦੋਂ ਪਬਲਿਕ ਸਾਰੀ ਇੱਕੋ ਦਮ ਅੱਖਾਂ ਖੋਲ ਕੇ ਚੁੱਪ ਕਰਕੇ ਖੜ ਗਈ ਵੀ ਆ ਕੀ ਹੋ ਗਿਆ। ਇਹ ਨਹੀਂ ਕਿਹਾ ਜਾ ਸਕਦਾ ਹੈਗਾ ਕਿ ਬਲੈਕ ਕਮਿਊਨਿਟੀ ਜਿਹੜੀ ਹੈਗੀ ਹੈ, ਸਿਆਹ ਮੂਲ ਦੀ ਕਮਿਊਨਿਟੀ ਜਿਹੜੀ ਹੈ, ਉੱਥੇ ਦੀ ਵਾਈਟ ਕਮਿਊਨਿਟੀ ਦੇ ਬਰਾਬਰ ਹੈ। ਉਹਨਾਂ ਦੀ ਗਿਣਤੀ ਉੱਥੇ ਬਹੁਤ ਜ਼ਿਆਦਾ ਘੱਟ ਹੈ, ਬਹੁਤ ਜ਼ਿਆਦਾ, ਤਕਰੀਬਨ ਜੇ ਮੈਂ ਗਲਤ ਨਹੀਂ ਹੈਗੀ ਤਾਂ 16% ਹੋ ਸਕਦਾ ਨੇੜੇ ਤੇੜੇ ਹੋਵੇ। ਉਸ ਵਕਤ ਜਦੋਂ ਇਹ ਸਾਰੀ ਚੇਂਜ ਹੋਈ, ਕਿਉਂਕਿ ਇਹ ਸਾਰੀ ਚੇਂਜ ਨੂੰ, ਇਹ ਜਿਹੜੀ ਗੁਲਾਮੀ ਦੀਆਂ ਜਿਹੜੀਆਂ ਜੰਜੀਰਾਂ ਨੇ, ਇਹਨਾਂ ਨੂੰ ਤੋੜਨ ਨੂੰ ਬਹੁਤੀ ਦੇਰ ਨਹੀਂ ਸੀ ਹੋਈ, ਹਾਲੇ ਸਦੀ ਵੀ ਪੂਰੀ ਨਹੀਂ ਸੀ ਹੋਈ ਹੈਗੀ, ਜਦੋਂ ਇਹ ਸਾਰੇ ਮਹਿਸੂਸ ਕਰਦੇ ਸੀ ਵੀ ਸਾਨੂੰ ਐਜ਼ ਅ ਸੈਕੰਡ ਕਲਾਸ ਸਿਟੀਜ਼ਨ ਜਿਹੜਾ ਹੈਗਾ ਉਹ ਮੰਨਿਆ ਜਾਂਦਾ ਹੈ। ਜਦੋਂ ਮਿਸਟਰ ਬੈਰਕ ਓਬਾਮਾ ਖੜੇ ਹੋਏ, ਉਸ ਟਾਈਮ ਤੁਸੀਂ ਜਦੋਂ ਉੱਥੇ ਵੋਟਿੰਗ ਸਿਸਟਮ ਹੋਈ ਨਾ, ਜਦੋਂ ਵੋਟਾਂ ਪੈ ਰਹੀਆਂ ਸੀ, ਉਸ ਵਕਤ ਤੁਸੀਂ ਉਸ ਕਮਿਊਨਿਟੀ ਦਾ ਜਾ ਕੇ ਇਹ ਮਹਿਸੂਸ ਕਰਨਾ ਸੀ ਵੀ ਉਹ ਅੰਦਰੋਂ ਕਿਵੇਂ ਫੀਲ ਕਰਦੇ ਨੇ। ਜੇ ਉਸ ਟਾਈਮ ਤੁਸੀਂ ਨਿਊਜ਼ ਚੈਨਲਸ ਨੂੰ ਦੇਖਿਆ ਹੋਵੇ ਨਾ, ਬਲੈਕ ਕਮਿਊਨਿਟੀ ਐਸੇ ਹਿਸਾਬ ਦੇ ਨਾਲ ਰੋ ਰਹੀ ਸੀ ਜਿਵੇਂ ਉਹ ਕਹਿੰਦੇ ਵੀ ਸਾਨੂੰ ਅੱਜ ਲੱਗਿਆ ਵੀ ਸਾਡੀ ਵੀ ਕਿਸੇ ਨੇ ਇੱਜ਼ਤ ਕੀਤੀ ਹੈ, ਵੀ ਸਾਡਾ ਬੰਦਾ ਘੱਟੋ ਘੱਟ ਕੈਂਡੀਡੇਟ ਤਾਂ ਖੜਾ ਹੋਇਆ, ਹਾਲੇ ਜਿੱਤੂਗਾ ਫਿਰ ਦੇਖਾਂਗੇ। ਅੱਛਾ ਜੀ। ਉਸ ਤੋਂ ਬਾਅਦ ਫਿਰ ਜਦੋਂ ਇਹ ਇਲੈਕਸ਼ਨਸ ਹੋਈਆਂ ਨੇ, ਉਸ ਟਾਈਮ ਵੱਡੀਆਂ ਚਰਚਿਸ ਦੇ ਵਿੱਚ ਕੋਈ ਬੰਦਾ ਕੰਮ ਤੋਂ ਛੁੱਟੀਆਂ ਹੋ ਗਈਆਂ, ਉਹ ਕਹਿੰਦੇ ਜੀ ਕੰਮ ਤੋਂ ਛੁੱਟੀਆਂ ਲੈ ਲਈਆਂ, ਅਸੀਂ ਚਰਚ ਪਹੁੰਚਣਾ, ਦੱਸੋ ਵੀ ਅਸੀਂ ਕੰਮ ਕੀ ਕਰੀਏ ਜਿਹੜੀ ਕਿ ਬੈਰਕ ਓਬਾਮਾ ਨੂੰ, ਮਿਸਟਰ ਓਬਾਮਾ ਨੂੰ ਵੋਟ ਪੈ ਜੇ। ਉਹ ਕਹਿੰਦੇ ਵੀ ਜਿੰਨੇ ਵੀ ਬੰਦੇ ਨੇ, ਸਭ ਤੋਂ ਪਹਿਲਾਂ ਉਹਨਾਂ ਨੂੰ ਕਹੋ ਵੀ ਅੱਜ ਤੱਕ ਜਿਹੜੀ ਵੀ ਸਿਆਹ ਕਮਿਊਨਿਟੀ, ਜਿਹੜੀ ਵੀ ਹਿਸਪੈਨਿਕ ਕਮਿਊਨਿਟੀ, ਜਿਹੜੀ ਵੀ ਇੰਟਰਨੈਸ਼ਨਲ ਕਿਤੋਂ ਵੀ ਕੱਲੇ ਆਈ ਨਹੀਂ ਸੀ ਵੀ ਸਿਆਹ ਕਮਿਊਨਿਟੀ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਲਿਆਇਆ ਜਾਂਦਾ ਸੀ, ਬਹੁਤ ਸਾਰੇ ਵੱਖਰੇ ਲੋਕ ਵੀ ਆਉਂਦੇ ਸੀ ਜਿਨ੍ਹਾਂ ਚੋਂ ਭਾਰਤੀ ਵੀ ਹੈਗੇ ਨੇ ਜੀ। ਉਹਨਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਮੋਟੀਵੇਟ ਕਰੋ ਵੀ ਅੱਜ ਤੁਹਾਡੀ ਜਿੱਤ ਹੈ, ਅੱਜ ਉਹ ਤੁਸੀਂ ਗੁਲਾਮ ਤੋਂ ਅੱਜ ਤੁਸੀਂ ਘੱਟੋ ਘੱਟ ਬਰਾਬਰ ਹੋ ਰਹੇ ਹੋ, ਅੱਜ ਹਿਊਮੈਨਿਟੀ ਬਰਾਬਰ ਹੋ ਰਹੀ ਹੈ, ਲੋਕ ਬਰਾਬਰ ਹੋ ਰਹੇ ਨੇ। ਉਸ ਟਾਈਮ ਉਹਨਾਂ ਲੋਕਾਂ ਨੇ ਵੋਟ ਪਾਈ ਜਿਨ੍ਹਾਂ ਨੇ ਇੱਥੋਂ ਤੱਕ ਗੱਲ ਕੀਤੀ ਸੀ ਵੀ ਅੱਜ ਤੱਕ ਅਸੀਂ ਇੱਥੋਂ ਦੇ ਬੌਰਨ ਹੁੰਦੇ ਹੋਏ ਵੀ ਇੱਕ ਵਾਰੀ ਵੀ ਕਦੇ ਵੋਟ ਨਹੀਂ ਪਾਈ। ਉਸ ਟਾਈਮ ਘਰੋਂ ਘਰੀ ਜਿਹੜੀ ਸੀ, ਅੱਜ ਵੀ ਜੇ ਤੁਸੀਂ ਕਿਤੇ ਜਾਓ ਨਾ ਤਾਂ ਜੇ ਸਿਆਹ ਕਮਿਊਨਿਟੀ ਦੇ ਕਿਸੇ ਘਰ ਦੇ ਵਿੱਚ ਜਾਓ, ਮਿਸਟਰ ਬੈਰਕ ਓਬਾਮਾ ਤੇ ਉਹਨਾਂ ਦੀ ਫੈਮਿਲੀ ਦੀ ਪਿਕਚਰ ਉਹਨਾਂ ਦੇ ਲਿਵਿੰਗ ਰੂਮ 'ਚ ਲੱਗੀ ਹੋਈ ਹੈ। ਤੁਸੀਂ ਇਮੈਜਿਨ ਨਹੀਂ ਕਰ ਸਕਦੇ ਵੀ ਜੇ ਤੁਸੀਂ ਕਿਤੇ ਕੱਪੜੇ ਧੋਣ ਵੀ ਬਾਹਰ ਜਾਂਦੇ ਹੋ ਨਾ, ਤਾਂ ਉੱਥੇ ਵੀ ਉਹਨਾਂ ਦੀਆਂ ਜਿਹੜੀਆਂ ਲਾਂਡਰੋਮੈਟਸ ਆ, ਉੱਥੇ ਪਿਕਚਰਸ ਨੇ। ਔਰ ਉਹ ਕਹਿੰਦੇ ਨੇ ਜੇ ਤੁਸੀਂ ਕਹਿ ਦਿਓ ਨਾ ਵੀ ਇਹ $5 ਦੀ ਪਿਕਚਰ ਹੈ, ਮੇਰੇ ਕੋਲ ਹੈ ਨਹੀਂ, ਕੋਈ ਵੀ ਖੜਾ ਹੋ ਕੇ ਕਹੇਗਾ ਤੁਸੀਂ ਘਰ 'ਚ ਲਾਓ, 5 ਮੈਂ ਦੇਣਾ। ਇਹ ਉਸ ਟਾਈਮ ਦੀ ਜਸਕਰਨ ਇੱਕ ਚੇਂਜ ਸੀ। ਉਹ ਕਮਿਊਨਿਟੀ ਜਿਹੜੀ ਬਹੁਤ ਮਤਲਬ ਸੈਂਕੜੇ ਸਾਲਾਂ ਤੋਂ ਗੁਲਾਮ ਸੀ ਨਾ, ਉਹਦਾ ਇੱਕ ਬਦਲਾਅ ਸੀ, ਉਹ ਇੰਨਾ ਕੁ ਫਲਿਪ ਹੋਇਆ। ਉਸ ਤੋਂ ਬਾਅਦ ਜਿਹੜੀ ਦੂਸਰੀ ਕਮਿਊਨਿਟੀ ਸੀ ਨਾ, ਉਹਨਾਂ ਨੇ ਦੇਖਿਆ ਵੀ ਆਹ ਕੀ ਹੋ ਗਿਆ। ਫਸਟ ਟਰਮ, ਦੈਨ ਸੈਕੰਡ ਟਰਮ ਤੋਂ ਬਾਅਦ ਫਿਰ ਉਸ ਥਰਡ ਟਰਮ ਉਹ ਜਾ ਨਹੀਂ ਸੀ ਸਕਦੇ। ਫਿਰ ਉਹਨਾਂ ਨੂੰ ਲੱਗਿਆ ਕਿ ਨੋ, ਵੀ ਵਾਂਟ ਆਵਰ ਪਾਵਰ ਬੈਕ। ਉਹ ਵੀ ਵਾਂਟ ਆਵਰ ਪਾਵਰ ਬੈਕ ਦੇ ਵਿੱਚ ਫਿਰ ਹਮੇਸ਼ਾ ਤੋਂ ਇਹ ਰਹੀ ਹੈ ਕਿ ਰਿਪਬਲਿਕਨ ਦਾ ਪੱਲੜਾ ਥੋੜਾ ਜਿਹਾ ਹਮੇਸ਼ਾ ਭਾਰੀ ਅਮਰੀਕਾ 'ਚ ਰਿਹਾ ਹੀ ਹੈ। ਬਿਲਕੁਲ। ਅਮਰੀਕਾ 'ਚ ਸਭ ਤੋਂ ਜ਼ਿਆਦਾ ਪ੍ਰੈਜ਼ੀਡੈਂਟ ਰਿਪਬਲਿਕਨ ਪਾਰਟੀ ਦੇ ਬਣੇ ਨੇ, ਪੱਲੜਾ ਭਾਰੀ ਹੋਣ ਕਰਕੇ। ਕਿਉਂਕਿ ਜੇ ਆਪਾਂ ਕੈਨੇਡੀਅਨ ਨਾਲ ਇਹਨੂੰ ਕਰਦੇ ਨਾ, ਇਹ ਕੰਜ਼ਰਵੇਟਿਵ ਦੇ ਬਰਾਬਰ ਦੀ ਇਹ ਪਾਰਟੀ ਹੈ, ਇਹ ਲਿਬਰਲ ਨਹੀਂ ਹੈ। ਲਿਬਰਲ ਜਿਹੜੀ ਹੈਗੀ ਉਹ ਡੈਮੋਕ੍ਰੈਟ ਨੇ। ਸੋ ਉਹਨਾਂ ਨੂੰ ਲੱਗਿਆ ਵੀ ਅਸੀਂ ਤਾਂ ਕਿਤੇ ਰਹੀ ਨਹੀਂ, ਉਹ ਲੋਕ ਜਿਹੜੇ ਸਾਡੇ ਘਰਾਂ 'ਚ ਕੰਮ ਕਰਦੇ ਸੀ, ਅਸੀਂ ਗੁਲਾਮ ਰੱਖੇ, ਉਹ ਸਾਡੇ ਅੱਜ ਮਾਲਕ ਬਣ ਗਏ, ਥੱਲੇ ਲਾਓ, ਅੱਜ ਇਹਨੂੰ ਫਲਿਪ ਕਰੋ। ਜਦੋਂ ਇਹ ਫਲਿਪ ਹੋਈ, ਉਸ ਤੋਂ ਬਾਅਦ ਹੁਣ ਲੇਕਿਨ ਜਿਹੜੀ ਗੱਲ ਬਦਲੀ ਹੈ ਨਾ, ਹੁਣ ਜਿਹੜੀ ਬਹੁਤ ਸਾਰੇ ਲੋਕ ਹੋਰ ਇਮੀਗ੍ਰੈਂਟ ਹੋਏ ਨੇ,
ਬਹੁਤ ਸਾਰੀ ਵੱਖਰੀ ਨੈਸ਼ਨੈਲਿਟੀਜ਼ ਹੁਣ ਇਕੱਠੀਆਂ ਹੋ ਰਹੀਆਂ ਨੇ, ਉਹਦੇ ਕਰਕੇ ਹੁਣ ਸਾਰਾ ਕੁਝ ਅਮਰੀਕਾ ਦੇ ਵਿੱਚ ਬਦਲ ਰਿਹਾ। ਹਲੇ ਇਟ ਵਿਲ ਟੇਕ ਮਿਨੀਮਮ ਸਦੀ, ਆਈ ਨਹੀਂ ਹੁੰਦਾ ਕਿ ਓਵਰਨਾਈਟ ਕਿਤੇ ਵੀ ਚੇਂਜ ਆਉਂਦੀ ਹੈ, ਸਦੀਆਂ ਲੱਗਦੀਆਂ ਨੇ ਇਹਨਾਂ ਨੂੰ, ਲੇਕਿਨ ਯੂ ਕੈਨ ਫੀਲ ਜਿਹੜੀਆਂ 23-28 ਸਾਲ ਤੋਂ ਜਿੱਥੇ ਅੱਜ ਤੱਕ ਕਦੇ ਡੈਮੋਕ੍ਰੈਟ ਨਹੀਂ ਜਿੱਤੇ, ਹੁਣ ਜਦੋਂ ਉਹਨਾਂ ਦੀ ਜਿੱਤਣ ਦੀ ਵਾਰੀ ਆਉਂਦੀ ਹੈ ਤਾਂ ਉੱਥੇ ਹੁਣ ਜਦੋਂ ਲੋਕਾਂ ਨੂੰ ਪੁੱਛਿਆ ਜਾਂਦਾ ਨਾ, ਉਹ ਕਹਿੰਦੇ ਵੀ ਆਰ ਟਰਨਿੰਗ ਬਲੂ, ਵੀ ਆਰ ਟਰਨਿੰਗ ਬਲੂ, ਬਿਕਾਜ਼ ਅਸੀਂ ਬਾਹਰੋਂ ਆ ਕੇ ਹੁਣ ਇਹ ਮਹਿਸੂਸ ਕਰਦੇ ਹਾਂ ਵੀ ਸਾਡੇ ਨਾਲ ਰੇਸਿਜ਼ਮ ਹੋ ਰਿਹਾ। ਜੇ ਰੇਸਿਜ਼ਮ ਹੋ ਰਿਹਾ, ਜੇ ਸਾਡੇ ਲੋਕ ਅੱਗੇ ਆਉਣਗੇ, ਜੇ ਬਾਕੀ ਬਲੂ ਅੱਗੇ ਆਉਣਗੇ, ਅਸੀਂ ਬਰਾਬਰ ਹੋਵਾਂਗੇ ਤਾਂ ਕਿਤੇ ਗੱਲ ਬਣੇਗੀ। ਬਟ ਇਹ ਥੋੜੇ ਜਿਹੇ ਲੋਕ ਨੇ, ਕਿੰਨੇ ਨੇ, ਹਜ਼ਾਰਾਂ ਦੇ ਵਿੱਚ ਲੋਕ ਨੇ ਜਿਹੜੇ ਉੱਥੇ ਪਹੁੰਚੇ ਨੇ, ਸਾਰਾ ਅਮਰੀਕਾ ਨਹੀਂ ਹੈ। ਇਸ ਮੈਂ ਜ਼ਰੂਰ ਗੁਜ਼ਾਰਿਸ਼ ਕਰੂੰਗੀ ਜਿੰਨੇ ਵੀ ਦੁਨੀਆ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਜੀ, ਇਹ ਹਜ਼ਾਰਾਂ ਲੋਕ ਨੇ, ਇਹ ਅਮਰੀਕਾ ਦੀ ਟਰੂ ਪਿਕਚਰ ਨਹੀਂ ਹੈ। ਇਹ ਹਜ਼ਾਰਾਂ ਲੋਕਾਂ ਪਿੱਛੇ ਆਪਾਂ ਅਮਰੀਕਾ ਨੂੰ ਆਈ ਨਹੀਂ ਕਹਿ ਸਕਦੇ ਵੀ ਇਹ ਕਿਹੋ ਜਿਹੇ ਲੋਕ ਨੇ ਜਾਂ ਇਹ ਕੀ ਕਰ ਰਹੇ ਨੇ। ਇਹ ਲੋਕ ਤਾਂ ਖਰੀਦੇ ਵੀ ਜਾ ਸਕਦੇ ਨੇ, ਬਿਲਕੁਲ ਕਿਸੇ ਵੀ ਪਾਰਟੀ ਵੱਲੋਂ ਖਰੀਦੇ ਜਾ ਸਕਦੇ ਨੇ, ਇਹਨਾਂ ਨੂੰ ਰੁਪਈਆ ਪੈਸਾ ਜਿਹੜਾ ਦੇ ਕੇ ਇਹ ਜਿਹਾ ਕੁਝ ਕਰਵਾਇਆ ਵੀ ਜਾ ਸਕਦਾ। ਸੋ ਇਹ ਅਮਰੀਕਾ ਦੀ ਟਰੂ ਪਿਕਚਰ ਨਹੀਂ ਹੈ। ਅਮਰੀਕਾ ਉਹ ਵੀ ਹੈ ਜਿਹਨੇ ਕਿਤੇ ਸਾਰੀ ਦੁਨੀਆ ਦੇ ਵਿੱਚ ਪੈਸਾ ਸਿੱਟ ਕੇ ਲੋਕਾਂ ਦੀ ਹੈਲਪ ਵੀ ਕੀਤੀ ਹੈ। ਅਮਰੀਕਾ ਉਹ ਵੀ ਹੈ ਜਿਹਦੇ ਤੇ WHO ਵੀ ਚੱਲਦੀ ਹੈ। ਅਮਰੀਕਾ ਉਹ ਵੀ ਹੈ ਜਿਹੜੀ ਅੱਜ ਦੁਨੀਆ ਦੀ ਸੁਪਰੀਮ ਪਾਵਰ ਵੀ ਮੰਨੀ ਜਾਂਦੀ ਹੈ। ਸਿਰਫ ਆਹ ਲੋਕ ਜਿਹੜੇ ਨੇ, ਇਹਨਾਂ ਪਿੱਛੇ ਤੁਸੀਂ ਇੱਕ ਕੰਟਰੀ ਨੂੰ ਜੱਜ ਨਹੀਂ ਕਰ ਸਕਦੇ। ਜੀ ਅਮਰਤ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਮਿਹਰਬਾਨੀ ਜੀ। ਜੀ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ। ਸੋ ਦੋਸਤੋ, ਗੱਲ ਠੀਕ ਹੈ ਜਿਹੜੀ ਕਨਕਲੂਡ ਕੀਤੀ ਅਮਰਤ ਭੱਟੀ ਹੋਰਾਂ ਨੇ ਕਿ ਇਹਨੂੰ ਇਦਾਂ, ਇਹ ਟੈਨਸ਼ਨ ਇੱਕ ਸਾਨੂੰ ਨਜ਼ਰ ਜ਼ਰੂਰ ਆਉਂਦੀ ਆ ਕਿ ਰੰਗ ਦੇ ਉੱਤੇ ਹੈਗਾ, ਪਰ ਬਰਾਕ ਓਬਾਮਾ ਨੂੰ ਜਿਤਾਉਣ ਵਾਲੇ ਸਾਰੇ ਇੱਕ ਰੰਗ ਦੇ ਨਹੀਂ ਸੀ, ਦੂਜੇ ਰੰਗ ਦੇ ਲੋਕ ਵੀ ਸੀਗੇ। ਇਸ ਵੇਲੇ ਜਿਹੜੇ ਤੁਸੀਂ ਦੇਖ ਰਹੇ ਹੋ ਖੱਪ ਪਾਉਣ ਵਾਲੇ ਥੋੜ੍ਹੇ ਹੁੰਦੇ ਆ, ਪਰ ਇਹਦੇ ਆਧਾਰ ਦੇ ਉੱਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉੱਥੋਂ ਦੇ ਲੋਕ ਕਿੱਦਾਂ ਦੇ ਨੇ ਜਾਂ ਉਹ ਡਿਵਾਈਡਡ ਨੇ। ਪਰ ਕਿਤੇ ਨਾ ਕਿਤੇ ਜੋ ਕੁਛ ਹੋਇਆ ਇਹ ਬਹੁਤ ਮਾੜਾ ਆ, ਇਹ ਨਹੀਂ ਹੋਣਾ ਚਾਹੀਦਾ ਸੀ। ਅਤੇ ਆਸ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਜਾਂ ਕੱਲ੍ਹ ਨੂੰ ਜਦੋਂ ਅਸੀਂ ਇਸ ਵੇਲੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹੋਵਾਂਗੇ, ਉਸ ਵੇਲੇ ਸਾਰਾ ਕੁਝ ਠੀਕ ਠਾਕ ਹੋ ਜਾਏਗਾ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। अलविदा दोस्तों। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बेल आइकन वाले बटन ते क्लिक करो।